ਹੈਲੋ ਵੈਲਕਮ ਸਟੂਡੈਂਟਸ ਬਾਲਾਜੀ ਐਜੂਕੇਸ਼ਨ ਪੁਆਇੰਟ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੇ ਲੈਕਚਰਸ ਦੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ। ਜੇ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਸ ਵਿੱਚ ਕੰਪਿਊਟਰ ਆਉਣ ਵਾਲਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੋਣ ਵਾਲੀ ਹੈ। ਇਸ ਲੈਕਚਰ ਵਿੱਚ ਥਿਊਰੀ ਦੇ ਨਾਲ-ਨਾਲ MCQ ਵੀ ਡਿਸਕਸ ਹੋਣਗੇ। ਸੋ ਅੱਜ ਦਾ ਲੈਕਚਰ ਕੰਪਿਊਟਰ ਦੀ ਇੰਟਰੋਡਕਸ਼ਨ ਤੇ ਰਹੇਗਾ। ਤੁਸੀਂ ਇਸ ਲੈਕਚਰ ਦੀ PDF ਸਾਡੇ ਟੈਲੀਗ੍ਰਾਮ ਗਰੁੱਪ ਬਾਲਾਜੀ ਐਜੂਕੇਸ਼ਨ ਪੁਆਇੰਟ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇਸ ਗਰੁੱਪ ਵਿੱਚ ਗਵਰਨਮੈਂਟ ਜੌਬ ਦੇ ਰਿਗਾਰਡਿੰਗ ਸਾਰੀਆਂ ਨੋਟੀਫਿਕੇਸ਼ਨਸ ਪਾਈਆਂ ਜਾਂਦੀਆਂ ਹਨ। ਤੁਹਾਨੂੰ ਇਸ ਲੈਕਚਰ ਦੇ ਰਿਗਾਰਡਿੰਗ ਜਾਂ ਗਵਰਨਮੈਂਟ ਜੌਬ ਦੀ ਪ੍ਰਿਪਰੇਸ਼ਨ ਦੇ ਰਿਗਾਰਡਿੰਗ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਸੋ ਮੇਰਾ ਨਾਮ ਹੈ ਅਮਿਤ ਜੋਸ਼ੀ। ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੀ ਕੰਟੈਂਟ ਰਹਿਣਗੇ ਅੱਜ ਦੇ ਲੈਕਚਰ ਦੇ। ਅੱਜ ਦੇ ਲੈਕਚਰ 'ਚ ਆਪਾਂ ਕੀ ਪੜਾਂਗੇ। ਸਭ ਤੋਂ ਪਹਿਲਾਂ ਕੀ ਹੈ ਡੈਫੀਨੇਸ਼ਨਸ, ਡਾਟਾ, ਇਨਫੋਰਮੇਸ਼ਨ ਕੀ ਹੁੰਦੀ ਹੈ, ਇਨਪੁਟ ਯੂਨਿਟ ਕੀ ਹੁੰਦੀ ਹੈ, ਪ੍ਰੋਸੈਸਿੰਗ ਯੂਨਿਟ ਕੀ ਹੁੰਦੀ ਹੈ, ਆਊਟਪੁੱਟ ਯੂਨਿਟ ਕੀ ਹੁੰਦੀ ਹੈ ਤੇ ਇਹਨਾਂ ਦੇ ਬੇਸ ਤੇ ਕੁਝ ਮਲਟੀਪਲ ਚੁਆਇਸ ਕੁਐਸਚਨ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚੋਂ ਛੋਟੇ-ਛੋਟੇ ਕੁਐਸਚਨ ਪੰਜਾਬ ਦੇ ਐਗਜ਼ਾਮ ਲਈ, ਸੈਂਟਰ ਦੇ ਐਗਜ਼ਾਮ ਲਈ ਬਹੁਤ ਬਣਦੇ ਨੇ। ਇਹਨੂੰ ਧਿਆਨ ਨਾਲ ਦੇਖਣਾ ਹੈ। ਓਕੇ, ਨੈਕਸਟ ਸਭ ਤੋਂ ਪਹਿਲਾਂ ਕੀ ਆਉਂਦਾ ਕੰਪਿਊਟਰ ਵਰਡ। ਜੋ ਕੰਪਿਊਟਰ ਵਰਡ ਹੈ ਉਹ ਕਿੱਥੋਂ ਆਇਆ? ਜੋ ਕੰਪਿਊਟਰ ਸ਼ਬਦ ਹੈ ਉਹ ਕਿੱਥੋਂ ਆਇਆ? ਉਹ ਕਿੱਥੋਂ ਆਇਆ? ਕੰਪਿਊਟ ਤੋਂ ਆਇਆ। ਉਹ ਕੰਪਿਊਟ ਤੋਂ ਆਇਆ ਤੇ ਕੰਪਿਊਟ ਕਿਹੜੀ ਲੈਂਗੁਏਜ ਦਾ ਵਰਡ ਹੈ? ਉਹ ਹੈ ਲੈਟਿਨ ਲੈਂਗੁਏਜ ਦਾ ਵਰਡ। ਠੀਕ ਹੈ, ਲੈਟਿਨ ਲੈਂਗੁਏਜ ਦਾ ਵਰਡ ਕਿਹੜਾ ਹੈ? ਕੰਪਿਊਟ। ਕੰਪਿਊਟ ਤੋਂ ਕੀ ਬਣਿਆ? ਕੰਪਿਊਟਰ। ਤੇ ਪੇਪਰ 'ਚ ਕੁਐਸਚਨ ਆਇਆ ਕੰਪਿਊਟ ਦਾ ਮਤਲਬ ਕੀ ਹੈ? ਕੰਪਿਊਟ ਦਾ ਮਤਲਬ ਹੈ ਕੈਲਕੂਲੇਸ਼ਨ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗਣਨਾ ਕਰਨਾ। ਓਕੇ, ਗਣਨਾ ਕਰਨਾ, ਗਣਨਾ ਕਰਨਾ। ਓਕੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗਣਨਾ ਕਰਨਾ। ਲੈਟਿਨ ਇੱਕ ਉਹ ਭਾਸ਼ਾ ਹੈ ਜਿਹੜੀ ਕਿਸੇ ਟਾਈਮ ਦੇ ਵਿੱਚ ਰੋਮ ਦੇ ਵਿੱਚ ਬੋਲੀ ਜਾਂਦੀ ਸੀ। ਜਿਹੜੀ ਕਿਸੇ ਟਾਈਮ ਰੋਮ ਦੇ ਵਿੱਚ ਬੋਲੀ ਜਾਂਦੀ ਸੀ ਅੱਜ ਤੋਂ ਲਗਭਗ 1000 ਸਾਲ ਪਹਿਲਾਂ। ਬਟ ਅੱਜ ਜਿਵੇਂ ਆਪਣੇ ਉਰੇ ਸੰਸਕ੍ਰਿਤ ਨਹੀਂ ਬੋਲੀ ਜਾਂਦੀ ਉਵੇਂ ਉੱਥੇ ਲੈਟਿਨ ਵੀ ਬਹੁਤ ਘੱਟ ਬੋਲੀ ਜਾਂਦੀ ਹੈ। ਓਕੇ ਗਾਇਜ਼, ਨੈਕਸਟ ਅੱਗੇ ਕੀ ਹੈ? ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਵਿਚ ਸਟੋਰ ਐਂਡ ਪ੍ਰੋਸੈਸ ਦ ਐਂਟਰਡ ਡਾਟਾ। ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਜਿਹੜਾ ਕਿ ਸਟੋਰ ਕਰਦੀ ਹੈ ਤੇ ਪ੍ਰੋਸੈਸ ਕਰਦੀ ਹੈ ਐਂਟਰਡ ਡਾਟੇ ਨੂੰ। ਹੁਣ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਇਲੈਕਟ੍ਰੋਨਿਕ, ਇੱਕ ਹੁੰਦਾ ਇਲੈਕਟ੍ਰੀਕਲ। ਧਿਆਨ ਨਾਲ ਸਮਝਣਾ ਇਸ ਗੱਲ ਨੂੰ। ਇੱਕ ਹੁੰਦਾ ਇਲੈਕਟ੍ਰੀਕਲ, ਇੱਕ ਹੁੰਦਾ ਇਲੈਕਟ੍ਰੋਨਿਕ। ਹੁਣ ਆਪਾਂ ਇੱਥੇ ਕਿਹਾ ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਇੱਥੋਂ ਇਲੈਕਟ੍ਰੋਨਿਕ ਤੋਂ ਕੀ ਪਤਾ ਲੱਗਦਾ ਹੈ ਕਿ ਕੰਪਿਊਟਰ ਦੇ ਵਿੱਚ ਇੱਕ ਡਿਸੀਜਨ ਮੇਕਿੰਗ ਦੀ क्षमता ਹੁੰਦੀ ਹੈ। ਡਿਸੀਜਨ ਮੇਕਿੰਗ ਦਾ ਮਤਲਬ ਮੰਨ ਲਓ ਕੋਈ ਫੋਨ ਹੈ, ਕੋਈ ਵੀ ਫੋਨ ਹੈ, ਤੁਸੀਂ ਉਹ 'ਤੇ ਪਾਸਵਰਡ ਲਾਇਆ। ਓਕੇ, ਕੋਈ ਪਾਸਵਰਡ ਲਾਇਆ ਤਾਂ ਉਹਨੇ ਡਿਸੀਜਨ ਲੈਣਾ ਹੁਣ ਅਗਲੀ ਵਾਰ ਜੋ ਵੀ ਪਾਸਵਰਡ ਲੱਗਿਆ ਕਿ ਉਹ ਪਹਿਲਾਂ ਵਾਲੇ ਪਾਸਵਰਡ ਨਾਲ ਮੈਚ ਖਾਂਦਾ। ਜੇ ਉਹ ਨਹੀਂ ਖਾਊਗਾ ਤਾਂ ਉਹ ਲੌਕ ਨਹੀਂ ਖੋਲੂਗਾ। ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਇਲੈਕਟ੍ਰੋਨਿਕ ਡਿਵਾਈਸ ਦੀ। ਓਕੇ, ਸੋ ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਇੱਥੇ ਜੇ ਆਪਾਂ ਇਲੈਕਟ੍ਰੀਕਲ ਦੀ ਗੱਲ ਕਰੀਏ, ਇਲੈਕਟ੍ਰੀਕਲ ਦੇ ਵਿੱਚ ਕੀ ਆ ਜਾਂਦਾ? ਕੋਈ ਮੋਟਰ, ਕੋਈ ਪੱਖਾ। ਜਿਵੇਂ ਪੱਖਾ ਚੱਲਦਾ ਤਾਂ ਉਦੋਂ ਤੱਕ ਚੱਲੂਗਾ ਜਦੋਂ ਤੱਕ ਉਹਦੇ ਵਿੱਚ ਬਿਜਲੀ ਗਈ ਹੋਈ ਆ। ਉਹਦੇ ਵਿੱਚ ਕੋਈ ਵੀ ਆਪਣੀ क्षमता ਨਹੀਂ ਹੁੰਦੀ ਉਹਨੂੰ ਬੰਦ ਕਰ ਦੇ, ਹੌਲੀ ਕਰ ਦੇ, ਤੇਜ਼ ਕਰ ਦੇ। ਓਕੇ, ਵਿਚ ਸਟੋਰ ਦ ਡਾਟਾ ਐਂਡ ਪ੍ਰੋਸੈਸ ਦ ਐਂਟਰਡ ਡਾਟਾ। ਸਟੋਰ ਦਾ ਮਤਲਬ ਕੀ ਹੋਗਾ? ਕੋਈ ਗਾਣਾ ਹੈ, ਕੋਈ ਵੀ ਗਾਣਾ ਤੁਸੀਂ ਐਂਟਰ ਕੀਤਾ। ਓਕੇ, ਐਂਟਰ ਕੀਤਾ, ਉਹ ਉੱਥੇ ਸਟੋਰ ਕਰ ਦੂਗਾ। ਕੋਈ ਵੀ ਐਂਟਰ ਕੀਤਾ ਹੋਇਆ ਗਾਣਾ ਸਟੋਰ ਹੋ ਗਿਆ। ਉਹ ਤੋਂ ਬਾਅਦ ਜੇ ਆਪਾਂ ਨੇ ਪਲੇ ਕਰਨਾ ਹੈ, ਪਲੇ ਕਰਨ ਦਾ ਮਤਲਬ ਪ੍ਰੋਸੈਸ ਕਰਨਾ, ਉਹ ਉਹਦੇ ਤੇ ਪ੍ਰੋਸੈਸ ਹੋ ਰਿਹਾ ਤਾਂ ਉਹ ਪਲੇ ਹੋ ਗਿਆ। ਓਕੇ, ਵਿੱਚ ਸਟੋਰ ਐਂਡ ਪ੍ਰੋਸੈਸ ਦਾ ਡਾਟਾ। ਕੋਈ ਵੀ ਮੰਨ ਲਓ ਕੋਈ ਵੀ ਤੁਹਾਡਾ ਕੋਈ ਗਾਣਾ ਹੈ ਉਹ ਸਟੋਰ ਕਰ ਲਿਆ ਜਾਂ ਉਹ ਚਲਾਤਾ ਮਤਲਬ ਪ੍ਰੋਸੈਸ ਕਰਤਾ, ਉਹ 'ਚ ਕੋਈ ਕੱਟ ਵੱਢ ਕਰਤੀ। ਠੀਕ ਹੈ, ਉਹਨੂੰ ਕੀ ਕਹਿੰਦੇ ਨੇ? ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਵਿਚ ਸਟੋਰ ਐਂਡ ਪ੍ਰੋਸੈਸ ਦਾ ਐਂਟਰ ਡਾਟਾ। ਇੱਥੋਂ ਜੋ ਡਾਟਾ ਹੈ ਇਨਪੁਟ ਜਾਂਦੀ ਹੈ, ਇੱਥੇ ਪ੍ਰੋਸੈਸਿੰਗ ਹੁੰਦੀ ਹੈ ਤੇ ਇੱਥੇ ਆਪਣੀ ਆਊਟਪੁੱਟ ਆ ਜਾਂਦੀ ਹੈ। ਓਕੇ, ਨੈਕਸਟ ਡੈਫੀਨੇਸ਼ਨ ਕੀ ਬਣਦੀ ਹੈ ਕਿ ਕੰਪਿਊਟਰ ਅਸੈਪਟ ਡਾਟਾ ਫਰੋਮ ਇਨਪੁਟ ਡਿਵਾਈਸ ਐਂਡ ਪ੍ਰੋਸੈਸ ਇਟ ਐਂਡ ਕਨਵਰਟ ਇਟ ਇਨਟੂ ਯੂਜ਼ਫੁਲ ਇਨਫੋਰਮੇਸ਼ਨ। ਇਹਨੂੰ ਧਿਆਨ ਨਾਲ ਦੇਖੋ ਕੀ ਕਹਿ ਰਿਹਾ ਹੈ ਕਿ ਕੰਪਿਊਟਰ ਅਸੈਪਟ ਕਰਦਾ ਹੈ ਡਾਟੇ ਨੂੰ, ਜੋ ਇਧਰੋਂ ਗਿਆ ਉਹ ਕੀ ਹੈ? ਡਾਟਾ ਹੈ। ਇੱਥੇ ਪ੍ਰੋਸੈਸ ਹੋਇਆ, ਕੋਈ ਵੀ ਜਿਹੜਾ ਕੰਮ ਹੋਇਆ ਤੇ ਇੱਥੇ ਜਾ ਕੇ ਉਹਦੀ ਆਊਟਪੁੱਟ ਆ ਗਈ। ਐਗਜ਼ਾਮਪਲ ਲਈ ਮੰਨ ਲਓ 2+2। ਐਗਜ਼ਾਮਪਲ ਲਈ ਮੰਨ ਲਓ 2+2। ਇਹ ਕੀ ਹੋਇਆ? ਇੱਥੋਂ 2+2 ਗਿਆ, ਇੱਥੇ ਕੀ ਪਲੱਸ ਆਪਰੇਸ਼ਨ ਹੋ ਗਿਆ। ਕੋਈ ਵੀ ਆਪਰੇਸ਼ਨ ਜਿਵੇਂ ਆਪਾਂ ਨੇ ਪਲੱਸ ਲਾਇਆ ਇੱਥੇ, ਜੇ ਇੱਥੇ ਪਲੱਸ ਹੋ ਗਿਆ, ਇੱਥੇ ਕੀ ਬਣ ਗਿਆ? 4। ਇੱਥੇ ਕੀ ਬਣ ਗਿਆ? 4। ਉਹ ਕੀ ਹੋ ਗਿਆ ਆਪਣੇ ਕੋਲੇ? ਆਊਟਪੁੱਟ। ਆਊਟਪੁੱਟ ਕੀ ਹੁੰਦੀ ਹੈ? ਇਨਫੋਰਮੇਸ਼ਨ। ਇਨਫੋਰਮੇਸ਼ਨ ਆਊਟਪੁੱਟ ਕੀ ਹੁੰਦੀ ਹੈ? ਇਨਫੋਰਮੇਸ਼ਨ। ਸੋ ਕੰਪਿਊਟਰ ਅਸੈਪਟ ਡਾਟਾ ਫਰੋਮ ਇਨਪੁਟ ਡਿਵਾਈਸ ਐਂਡ ਪ੍ਰੋਸੈਸ ਇਟ ਐਂਡ ਕਨਵਰਟ ਇਨਟੂ ਯੂਜ਼ਫੁਲ ਇਨਫੋਰਮੇਸ਼ਨ। ਇੱਥੇ ਤੱਕ ਗੱਲ ਸਮਝ ਆ ਗਈ? ਰਾ ਡਾਟਾ ਪੇਪਰ ਦੇ ਵਿੱਚ ਆ ਜਾਂਦਾ ਕਿ ਰਾ ਇਨਫੋਰਮੇਸ਼ਨ ਨੂੰ ਕੀ ਕਹਿੰਦੇ ਨੇ? ਰਾ ਇਨਫੋਰਮੇਸ਼ਨ ਨੂੰ ਡਾਟਾ ਕਹਿੰਦੇ ਨੇ। ਛੋਟੀ ਛੋਟੀ ਟਰਮਸ ਨੇ, ਯਾਦ ਰੱਖਣ ਵਾਲੇ ਨੇ। ਰਾ ਦਾ ਮਤਲਬ ਹੁੰਦਾ ਕੱਚਾ,
रा का मतलब होंदा है कच्चा। ओके नैक्सट, कंप्यूटर इज़ अ कॉम्बीनेशन ऑफ सॉफ्टवेयर एंड हार्डवेयर। हुण इत्थे गल की है सॉफ्टवेयर, सॉफ्टवेयर की आपां पढ़दे हां छोटे हुंदे, एक डेफिनेशन होंदी है सॉफ्टवेयर की हुंदा है, यह एक सैट ऑफ प्रोग्राम है, सैट ऑफ प्रोग्राम्स, ओके कंप्यूटर की है सैट ऑफ प्रोग्राम्स। ते होर इहनूं आपां की कह दिंदे आ, जिवें कि सॉफ्टवेयर की एग्जाम्पल की है जिहड़ा इनटैंजीबल होंदा है, इनटैंजीबल। हुण इनटैंजीबल का मतलब की होंदा है जिन्हों आपां टच नहीं कर सकते, जिन्हों आपां टच नहीं कर सकते, जिवें कि MS ऑफिस हो गया, अंदरले गाने हो गए, वीडियोज़ हो गई, जिन्हों आपां टच नहीं कर सकते, वो की है सॉफ्टवेयर है। उदों बाद आने आपां हार्डवेयर ते, जिन्हों आपां टच कर सकते हैं, इहनूं आपां की कहते हैं टैंजीबल, टैंजीबल जिन्हों आपां टच कर सकते हैं, वो की है कंप्यूटर दे विच हार्डवेयर। जिवें कि इहदी एग्जाम्पल की है माउस, कीबोर्ड, ओके भी जिहड़ी चीज़ां आपां टच कर सकते हैं उहनूं आपां की कह दिंदे आ हार्डवेयर। इहनूं किते किते पैरीफिरल भी कहा जाता है, पेपर 'च हार्डवेयर की जगह पैरीफिरल लिखा आंदा है, सो कन्फ्यूज नहीं होना। पैरीफिरल भी हार्डवेयर नूं ही कहा जाता है। इत्थों तक गल समझ आ गई। नैक्सट, हुण कई बार बच्चों ने पढ़िया होंदा है कि कंप्यूटर की फुल फॉर्म होंदी है, कई बुक्स भी दिखा दिंदियां ने, ठीक है कि कंप्यूटर की फुल फॉर्म होंदी है, बट ध्यान रखना है कंप्यूटर की एज सच कोई भी फुल फॉर्म नहीं होंदी। क्यों? क्योंकि कंप्यूटर आपने पहला पढ़िया कि कंप्यूट शब्द तो आया, कंप्यूट शब्द तो आया, सो जो पहले ही किसी शब्द तो आया होया उसकी फुल फॉर्म किमें हो सकती है? सो कंप्यूटर अपने आप दे विच एक फुल फॉर्म है। हाँ आप ये कह सकते हैं ये डेफिनेशन है या ये काम ने, ये यूज ने। किमें? कंप्यूटर की पढ़ते हैं आप, कॉमनली ऑपरेटिंग मशीन परपजली यूज्ड फॉर टैक्नोलॉजिकल एजुकेशनल एंड रिसर्च। भी अपने की मतलब है कि जिहड़ा कंप्यूटर है वो ऑपरेट करता है, यह जी मशीन है जी ऑपरेट करती है किहदे लई? टैक्नीकल लई, एजुकेशनल परपज़ लई ते रिसर्च परपज़ लई, जिहदा आपां यूज़ करते हैं। सो एक तरह ध्यान नाल देखी जाए तो ये काम ने कंप्यूटर दे, ये उहदी कोई भी फुल फॉर्म नहीं है। ओके इस तरह गल समझ आ गई। अगे टर्म रिलेटेड टू कंप्यूटर, टर्म का मतलब की होंदा शब्द, भी किहड़े शब्द कंप्यूटर जानने लई जरूरी ने। भी कंप्यूटर जानने तो पहला आपां नूं किहड़े शब्द जानने जरूरी ने? डाटा, सब तो पहला की है डाटा। डाटा इज इनफॉर्मेशन रिक्वायर्ड बाय द प्रोसैसर टू गिव द आउटपुट। ध्यान नाल समझो कि डाटा वो चीज़ है जो प्रोसैसर नूं चाहीदा है कादे लई? आउटपुट देण लई। ध्यान नाल समझो कि डाटा वो चीज़ है जो कंप्यूटर के प्रोसैसर नूं चाहीदी है कादे लई? आउटपुट देण लई। आउटपुट नूं आपां होर की कह दिंदे आ? इनफॉर्मेशन। ओके आउटपुट नूं आपां की कह दिंदे आ? इनफॉर्मेशन। आउटपुट नूं आपां की कहते हैं? इनफॉर्मेशन। सो डाटा इज इनफॉर्मेशन रिक्वायर्ड बाय द प्रोसैसर। जो भी इधरले पासे है जो रिक्वायर्ड है, रिक्वायर्ड का मतलब भी प्रोसैसर लई जरूरी है, प्रोसैसर मंग रहा है, उन्होंने आपां की कहते हैं? रिक्वायर्ड बाय द प्रोसैसर, जो प्रोसैसर लई जरूरी है की करन लई? आउटपुट देण लई। आपां फिर वही एग्जाम्पल लै लैंदे 2+2, ठीक है 2+2 हुण इत्थे प्लस है तो इत्थे की होऊगा? प्लस का ऑपरेशन होऊगा, इहनूं की कहंदे ने? ऑपरेशन। ये इस टाइम की है? ये डाटा 2 ते प्लस ते 2 ये तिन्ने की ने? डाटा ने। इत्थे गए इहदे उत्ते ऑपरेशन होया, अपने कोल आउटपुट की आई 4, 2+2 4 अपने कोल आउटपुट आ गई। वही चीज़ है कि डाटा इज इनफॉर्मेशन रिक्वायर्ड बाय द प्रोसैसर, कोई भी डाटा प्रोसैसर तक जा रहा है कादे लई? आउटपुट देण लई। भी जो आउटपुट बन जूगी उहनूं आपां डाटा कह दिंदे आ। इहदे कुछ होर ने कि डाटा इज ऑलवेज प्लूरल। प्लूरल का मतलब होंदा बहुवचन, प्लूरल का मतलब होंदा बहुवचन। एक आपां सुनिया ना बहुवचन एक वचन, सो प्लूरल की होंदा बहुवचन, एक तो ज़्यादा। डाटा हमेशा एक तो ज़्यादा होणगे, जिवें आपां देखदे हां 2+2 ये 3 चीज़ां हो गईयां। सो डाटा की है? एक तो ज़्यादा होंदा ते नॉट यूजफुल विदाउट प्रोसैसिंग। हुण जे आपां इहनूं एक तरीके नाल देखीए तां इहदा कोई मतलब नहीं बनदा कि 2+2 कुछ भी हो सकदा है, बट इत्थे आपां नूं पता लग गया भी इहदे उत्ते ऑपरेशन होकर 4 बन गया, ये कोई एक सिंगल नंबर बन गया। ओके सो डाटा प्लूरल होंदा हमेशा ते विदाउट प्रोसैसिंग। विदाउट प्रोसैसिंग मतलब भी जब तक इहदे उत्ते कोई भी ऑपरेशन नहीं लगूगा उद तक इहदा कोई भी मतलब नहीं है, कोई वैल्यू नहीं हैगी। ओके नैक्सट, इन अदर वर्ड डाटा इज कलैक्शन ऑफ अनप्रोसैस्ड आइटम्स। ध्यान नाल ये जो टर्म्स ने ना अनप्रोसैस्ड हो गया, रॉ हो गया, ये ध्यान नाल देखने ने पेपर दे विच इत्थों ही क्वेश्चन बनता। ओके इन अदर वर्ड्स डाटा इज कलैक्शन ऑफ अनप्रोसैस्ड आइटम, कॉम्बीनेशन ऑफ करैक्टर नंबर एंड सिंबल्स। करैक्टर नंबर सिंबल की हो गए आपां अगे देखते हैं।
ਇੱਥੇ तक गल समझ आ गई। नैक्सट हाँ हुण डाटा दी टाइप्स, डाटा किस किस टाइप का होंदा है। डाटा होंदा न्यूमैरिकल डाटा, अल्फाबैटिक डाटा ते अल्फा न्यूमैरिक डाटा। ध्यान नाल देखियो न्यूमैरिक डाटा, अल्फाबैटिक डाटा ते अल्फा न्यूमैरिक डाटा। हुण हुंदे तां इंटीजर फ्लोटिंग होर भी ने, बट ਉਹ ਜਦੋਂ ਆਪਾਂ सी लैंगुएज ਦੇ ਵਿੱਚ ਟੈਕਨੀਕਲ ਪਾਰਟ ਦੇ ਵਿੱਚ ਜਾਵਾਂਗੇ ਉਦੋਂ ਕਰਾਂਗੇ। ਹਜੇ ਆਪਾਂ ਬੇਸਿਕ ਕਰ ਰਹੇ ਹਾਂ ਕੰਪਿਊਟਰ ਦੀ ਇੰਟਰੋਡਕਸ਼ਨ। ਸੋ ਸਭ ਤੋਂ ਪਹਿਲਾਂ ਕੀ ਹੈ ਨਿਊਮੈਰਿਕ डाटा। जो आ डाटा है 0 ਤੋਂ ਲੈ ਕੇ 9 ਤੱਕ ਦਾ, ਇਹਨੂੰ ਆਪਾਂ ਕੀ ਕਹਿ ਦਿੰਦੇ ਆ ਨਿਊਮੈਰਿਕ डाटा। 0 ਤੋਂ ਲੈ ਕੇ 9 ਤੱਕ ਦੇ ਡਾਟੇ ਨੂੰ ਆਪਾਂ ਕੀ ਕਹਿ ਦਿੰਦੇ ਆ ਨਿਊਮੈਰਿਕ डाटा। ਨਿਊਮੈਰਿਕ ਦਾ ਮਤਲਬ ਹੀ ਹੁੰਦਾ ਨੰਬਰ। ਅਲਫਾਬੈਟਿਕ ਦੇ ਵਿੱਚ ਕੀ ਆ ਜਾਂਦਾ ਹੈ A ਤੋਂ ਲੈ ਕੇ Z ਤੱਕ ਜੋ ਵੀ ਨੇ। ਇਹਦੇ ਵਿੱਚ ਇੱਕ ਚੀਜ਼ ਇਨਕਲੂਡ ਹੁੰਦੀ ਹੈ ਸਪੇਸ ਬਾਰ, ਠੀਕ ਹੈ। ਸਪੇਸ ਬਾਰ ਸਭ ਤੋਂ ਪੇਪਰ ਦੇ ਵਿੱਚ ਇੱਕ ਕੁਐਸਚਨ ਆਇਆ ਹੈ ਕਿ ਕੀਬੋਰਡ ਦੇ ਵਿੱਚ ਸਭ ਤੋਂ ਵੱਡੀ ਕੀ ਕਿਹੜੀ ਹੁੰਦੀ ਹੈ ਸਪੇਸ ਬਾਰ। ਓਕੇ ਸਪੇਸ ਬਾਰ। ਤੇ ਇਹਦੇ ਵਿੱਚ ਜੋ A to Z ਵੱਡੀ A to Z ਵੀ ਪੇਪਰ 'ਚ ਕਈ ਵਾਰੀ ਪੁੱਛ ਲੈਂਦੇ ਨੇ, A to Z ਛੋਟੀ ਵੀ ਤੇ A to Z ਵੱਡੀ ਵੀ, ਦੋਨੇ ਇਹਦੇ ਵਿੱਚ ਇਨਕਲੂਡ ਹੋ ਜਾਂਦੀਆਂ ਨੇ ਵਿਦ ਸਪੇਸ ਬਾਰ। ਓਕੇ ਇਹ ਕੀ ਹੈ ਅਲਫਾਬੈਟਿਕ ਡਾਟਾ। ਤੇ ਤੀਜਾ ਆਉਂਦਾ ਅਲਫਾ ਨਿਊਮੈਰਿਕ ਡਾਟਾ, ਜਿਹਦੇ ਵਿੱਚ ਕੀ ਹੁੰਦਾ ਹੈ ਇਹ ਵੀ ਆ ਜਾਂਦਾ ਹੈ, ਇਹ ਵੀ ਆ ਜਾਂਦਾ ਹੈ ਤੇ ਆਹ ਸਿੰਬਲਸ ਵੀ ਆ ਜਾਂਦੇ ਨੇ। ਜਿਹੜੇ ਆ ਸਿੰਬਲਸ ਨੇ ਨਾ, ਆ ਸਿੰਬਲਸ ਨੇ ਜਿਹੜਾ ਆਪਾਂ ਸ਼ਿਫਟ ਲਾ ਕੇ ਯੂਜ਼ ਕਰਦੇ ਹਾਂ, ਇਹ ਸਾਰੇ ਸਿੰਬਲਸ ਵੀ ਇਹਦੇ ਵਿੱਚ ਅਲਫਾ ਨਿਊਮੈਰਿਕ ਡਾਟੇ ਵਿੱਚ ਆ ਜਾਂਦੇ ਨੇ। ਕੀ ਦੇਖਿਆ ਆਪਾਂ ਨਿਊਮੈਰਿਕ ਡਾਟਾ ਕੀ ਹੁੰਦਾ 0 ਤੋਂ ਲੈ ਕੇ 9 ਤੱਕ। ਅਲਫਾਬੈਟਿਕ ਡਾਟਾ ਕਿਹੜਾ ਹੁੰਦਾ ਜਿਹੜਾ A to Z ਛੋਟੀ ਵੀ A to Z ਵੱਡੀ ਵੀ। ਓਕੇ ਤੇ ਅਲਫਾ ਨਿਊਮੈਰਿਕ ਡਾਟਾ ਕੀ ਹੋ ਗਿਆ ਜਿਹਦੇ ਵਿੱਚ ਇਹ ਵੀ ਆ ਗਿਆ, ਇਹ ਵੀ ਆ ਗਿਆ ਤੇ ਸਪੈਸ਼ਲ ਸਿੰਬਲਸ ਵੀ ਆ ਗਏ, ਇਨਕਲੂਡ ਹੋ ਗਏ। ਹੁਣ ਪੇਪਰ 'ਚ ਇਹ ਨਹੀਂ ਆਉਂਦਾ, ਪੇਪਰ 'ਚ ਆਉਂਦਾ ਕਿ ਇਹਨਾਂ ਦੀ ਐਗਜ਼ਾਮਪਲ ਕੀ ਹੈ। ਨਿਊਮੈਰਿਕ ਡਾਟੇ ਦੀ ਐਗਜ਼ਾਮਪਲ ਆਪਾਂ ਕੀ ਕਹਿ ਸਕਦੇ ਹਾਂ ਮੋਬਾਈਲ ਨੰਬਰ, ਮੋਬਾਈਲ ਨੰਬਰ। ਓਕੇ ਨਿਊਮੈਰਿਕ ਡਾਟੇ ਦੀ ਮੋਬਾਈਲ ਨੰਬਰ ਹੋ ਗਿਆ, ਰੋਲ ਨੰਬਰ ਹੋ ਗਿਆ, ਇਹ ਕਾਹਦੀਆਂ ਐਗਜ਼ਾਮਪਲਸ ਨੇ ਨਿਊਮੈਰਿਕ ਡਾਟੇ ਦੀਆਂ। ਅਲਫਾਬੈਟਿਕ ਦੀ ਇਹਦੇ ਵਿੱਚ ਇੱਕ ਪੱਕਾ ਕੁਐਸਚਨ ਬਣਦਾ ਹੀ ਬਣਦਾ ਹੈ ਕਿ ਐਡਰੈਸ, ਐਡਰੈਸ ਕਿਸ ਚੀਜ਼ ਦੀ ਐਗਜ਼ਾਮਪਲ ਹੈ। ਸੋ ਐਡਰੈਸ ਕਿਸ ਚੀਜ਼ ਦੀ ਐਗਜ਼ਾਮਪਲ ਹੈ ਅਲਫਾਬੈਟਿਕ ਡਾਟੇ ਦੀ। ਧਿਆਨ ਨਾਲ ਸਮਝਣਾ, ਕਿਸੇ ਨੇ ਇਹ ਨਹੀਂ ਸੋਚਣਾ ਵੀ ਸਾਡੇ ਤਾਂ ਐਡਰੈਸ 'ਚ ਸਟਰੀਟ ਨੰਬਰ 2 ਸਟਰੀਟ ਨੰਬਰ 3 ਪੈਂਦੀ ਹੈ ਨਾ। ਐਡਰੈਸ ਜਦੋਂ ਆ ਗਿਆ ਤਾਂ ਐਡਰੈਸ ਕੀ ਹੈ ਅਲਫਾਬੈਟਿਕ ਡਾਟਾ। ਓਕੇ ਅਲਫਾ ਨਿਊਮੈਰਿਕ ਦੇ ਵਿੱਚ ਆ ਜਾਂਦਾ ਹੈ ਕਿ ਅਲਫਾ ਨਿਊਮੈਰਿਕ ਡਾਟਾ ਕਿਹੜਾ ਹੈ। ਸੋ ਅਲਫਾ ਨਿਊਮੈਰਿਕ ਡਾਟਾ ਕਿਹੜਾ ਹੈ ਪਾਸਵਰਡ। ਪਾਸਵਰਡ ਅੱਜ ਕੱਲ੍ਹ ਤੁਸੀਂ ਜਦੋਂ ਨਵੇਂ ਕਿਤੇ ਵੀ ਪਾਸਵਰਡ ਲਾਉਂਦੇ ਤਾਂ ਉਹ ਪਹਿਲਾਂ ਕਹਿੰਦਾ ਹੈ ਵੀ ਇਹਦੇ ਵਿੱਚ ਸਪੈਸ਼ਲ ਕਰੈਕਟਰ ਵੀ ਹੋਵੇ, ਅਪਰ ਕੇਸ ਵੀ ਹੋਵੇ, ਲੋਅਰ ਕੇਸ ਵੀ ਹੋਵੇ, ਸਾਰਾ ਕੁਝ ਹੋਵੇ। ਸੋ ਤਾਂ ਕਰਕੇ ਪਾਸਵਰਡ ਕਿਸ ਚੀਜ਼ ਦਾ ਐਗਜ਼ਾਮਪਲ ਹੈ ਅਲਫਾ ਨਿਊਮੈਰਿਕ ਡਾਟੇ ਦਾ। ਜੀਮੇਲ, ਜੀਮੇਲ ਆਈਡੀ ਆਪਾਂ ਕਹਿ ਸਕਦੇ ਹਾਂ, ਮੇਲ ਆਈਡੀ ਜਿਹਨੂੰ ਕਹਿੰਦੇ ਨੇ, ਜੀਮੇਲ ਆਈਡੀ ਕਿਸ ਚੀਜ਼ ਦੀ ਹੈ ਅਲਫਾ ਨਿਊਮੈਰਿਕ ਡਾਟੇ ਦੀ। ਇਹ ਥੋੜਾ ਗੱਲ ਸਮਝ ਆ ਗਈ। ਨੈਕਸਟ ਅਗਲਾ ਕੀ ਆਉਂਦਾ ਇਨਫੋਰਮੇਸ਼ਨ। ਹੁਣ ਤੱਕ ਆਪਾਂ ਨੇ ਕੀ ਪੜ੍ਹਿਆ ਡਾਟਾ, ਅਗਲੀ ਟਰਮ ਕੀ ਹੈ ਇਨਫੋਰਮੇਸ਼ਨ। ਆਪਾਂ ਪਿੱਛੇ ਪੜ੍ਹਿਆ ਸੀ ਕਿ ਜਦੋਂ ਕੋਈ ਵੀ 2+2 ਗਿਆ ਇੱਥੇ ਪ੍ਰੋਸੈਸ ਹੋਇਆ, ਉਹਦਾ ਇੱਥੇ ਕੀ ਬਣ ਗਿਆ 4, ਤਾਂ ਉਹ ਆਪਣੇ ਕੋਲੇ ਕੀ ਹੈ ਆਊਟਪੁੱਟ। ਤੇ ਆਊਟਪੁੱਟ ਨੂੰ ਹੀ ਇਨਫੋਰਮੇਸ਼ਨ ਕਹਿ ਦਿੰਦੇ ਨੇ। ਕੀ ਹੈ ਇਹਦੀ ਵਰਡਿੰਗ ਕੀ ਹੈ ਕਿ ਪ੍ਰੋਸੈਸਡ ਡਾਟਾ ਇਜ਼ ਨੋਨ ਐਜ਼ ਇਨਫੋਰਮੇਸ਼ਨ। ਆਪਾਂ ਨੇ ਪੜ੍ਹਿਆ ਇੱਥੇ ਪ੍ਰੋਸੈਸਰ ਹੈ, ਪ੍ਰੋਸੈਸ ਨੇ ਕੁਝ ਵੀ ਕੰਮ ਕੀਤਾ। ਪ੍ਰੋਸੈਸਡ ਦਾ ਮਤਲਬ ਕੀ ਹੋ ਗਿਆ ਵੀ ਜੋ ਚਲਾ ਗਿਆ, ਪ੍ਰੋਸੈਸਡ ਹੋ ਗਿਆ, ਠੀਕ ਹੈ। ਵਿਲ ਬੀ ਪ੍ਰੋਸੈਸ ਦਾ ਮਤਲਬ ਵੀ ਜਿਹਦੇ ਉੱਤੇ ਪ੍ਰੋਸੈਸ ਹੋਣਾ ਹੈ। ਪ੍ਰੋਸੈਸਡ ਜਦੋਂ ਲੱਗ ਗਿਆ ਈਡੀ ਲੱਗ ਗਿਆ ਜਦੋਂ, ਤਾਂ ਇਹਦੇ ਉੱਤੇ ਕੰਮ ਹੋ ਗਿਆ। ਵੀ ਜਦੋਂ ਇਹਦੇ ਉੱਤੇ ਕੰਮ ਹੋ ਗਿਆ, ਆਪਰੇਸ਼ਨ ਹੋ ਗਿਆ, ਤਾਂ ਉਹ ਕੀ ਬਣ ਗਿਆ ਇਨਫੋਰਮੇਸ਼ਨ। ਕੋਈ ਵੀ ਡਾਟੇ ਦੇ ਉੱਤੇ ਜਦੋਂ ਕੰਮ ਹੋ ਗਿਆ ਤਾਂ ਉਹ ਕੀ ਬਣ ਗਈ ਆਪਣੀ ਇਨਫੋਰਮੇਸ਼ਨ। ਇਹ ਥੋੜਾ ਗੱਲ ਕਲੀਅਰ ਹੈ। ਪ੍ਰੋਸੈਸਡ ਡਾਟਾ ਇਜ਼ ਨੋਨ ਐਜ਼ ਇਨਫੋਰਮੇਸ਼ਨ। ਜਦੋਂ ਡਾਟੇ ਦੇ ਉੱਤੇ ਪ੍ਰੋਸੈਸ ਹੋ ਗਿਆ ਤਾਂ ਉਹ ਕੀ ਬਣ ਗਿਆ ਇਨਫੋਰਮੇਸ਼ਨ। ਓਕੇ ਇਟ ਇਜ਼ ਯੂਜ਼ਫੁਲ ਫॉर ਡਿਸੀਜਨ ਮੇਕਿੰਗ। ਹੁਣ ਮੰਨ ਲਓ ਇੱਕ ਐਗਜ਼ਾਮਪਲ ਲੈ ਲਓ, ਕੋਈ ਬੰਦਾ ਹੈ ਉਹਨੇ ਜਨਗਣਨਾ ਤੇ ਗਿਆ, ਉਹਨੇ 5 ਘਰ ਚੱਕੇ। ਓਕੇ ਉਹਨੇ 5 ਘਰ ਦੇ ਵਿੱਚੋਂ ਸਭ ਦੇ ਡਾਟੇ ਲਏ। ਡਾਟੇ ਦੇ ਵਿੱਚ ਕੀ ਆ ਗਿਆ ਵੀ ਤੁਹਾਡੇ ਘਰ 'ਚ ਕਿੰਨੇ ਜੀ ਨੇ, ਉਹਨਾਂ ਦੀ ਤਨਖਾਹ ਕਿੰਨੀ ਹੈ, ਕਿੰਨੀ ਉਹਨਾਂ ਦੀ ਉਮਰ ਹੈ। ਉਹਨੇ ਉਹ 5 ਦਾ ਸਾਰਾ ਡਾਟਾ ਇਕੱਠਾ ਕੀਤਾ। ਡਾਟਾ ਆਪਾਂ ਨੇ ਦੇਖ ਲਿਆ ਕਿ ਡਾਟਾ ਪਲੂਰਲ ਹੁੰਦਾ ਹੈ, ਬਹੁਵਚਨ ਹੁੰਦਾ ਹੈ। ਉਹਨੇ ਸਭ ਦਾ ਡਾਟਾ ਇਕੱਠਾ ਕੀਤਾ, ਉਹ ਆਪਣੇ ਘਰੇ ਲੈ ਗਿਆ, ਉਹਨੇ ਰਿਪੋਰਟ ਬਣਾਈ। ਉਹਨੇ ਕੋਈ ਵੀ ਰਿਪੋਰਟ ਬਣਾਈ ਜੋ ਉਹਨੇ ਅੱਗੇ ਆਪਣੇ ਅਫਸਰ ਨੂੰ ਦੇਣੀ ਹੈ। ਉਹਨੇ ਆਪਣੇ ਅਫਸਰ ਨੂੰ ਦੇਣੀ ਹੈ। ਹੁਣ ਰਿਪੋਰਟ ਬਣ ਕੇ ਉਹ ਰਿਪੋਰਟ ਦੇ ਵਿੱਚ ਕੀ ਲਿਖੂਗਾ, ਉਹ ਸਾਰਾ ਜਿਹੜਾ ਵੀ ਡਾਟਾ ਕਲੈਕਟ ਕੀਤਾ ਉਹ 'ਚੋਂ ਕੀ ਯੂਜ਼ਫੁਲ ਹੈ ਆਪੇ ਲੱਭ ਕੇ ਇੱਕ ਰਿਪੋਰਟ ਬਣਾਊਗਾ। ਹੁਣ ਉਹ ਰਿਪੋਰਟ ਦੇ ਬੇਸ 'ਤੇ ਕੀ ਹੋਊਗਾ ਡਿਸੀਜਨ ਹੋਊਗਾ ਵੀ ਉੱਥੇ ਜਿਹੜੇ ਵੀ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ, ਕਿਸ ਚੀਜ਼ ਦੀ ਨਹੀਂ ਲੋੜ, ਕੀ ਉਹਨਾਂ ਕੋਲੇ ਜ਼ਿਆਦਾ ਹੈ, ਕੀ ਉਹਨਾਂ ਕੋਲੇ ਘੱਟ ਹੈ। ਓਕੇ ਹੁਣ ਇੱਥੇ ਆਪਾਂ ਦੇਖਦੇ ਹਾਂ ਵੀ ਡਾਟਾ ਦਾ ਕੀ ਸੀ ਬਹੁਵਚਨ ਸੀ, ਬਹੁਤ ਜ਼ਿਆਦਾ ਸੀ, ਬਟ ਰਿਪੋਰਟ ਕੀ ਹੈ ਸਿੰਗੂਲਰ ਹੈ। ਰਿਪੋਰਟ ਸਿਰਫ ਇੱਕ ਹੈ, ਸਿੰਗੂਲਰ ਮਤਲਬ ਇੱਕ ਵਚਨ, ਬਟ ਜਿਹੜਾ ਡਾਟਾ ਸੀ ਉਹ ਬਹੁਵਚਨ ਹੈ। तो किहदे लई काम आया ਉਹ डिसीजन मेकिंग ਲਈ। डिसीजन की ਸੀਗਾ ਵੀ ਆਪਾਂ ਨੇ ਉਹਨਾਂ ਲਈ ਹੁਣ ਕੀ ਕੁਝ ਕਰਨਾ ਚਾਹੀਦਾ, ਉਹਦੇ ਲਈ ਉਹ ਕੰਮ ਆਇਆ। ਇਹ ਥੋੜਾ ਗੱਲ ਸਮਝ ਆ ਗਏ ਵੀ ਇਟ ਇਜ਼ ਯੂਜ਼ਫੁਲ ਫॉर डिसीजन मेकिंग। ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹ डिसीजन मेकिंग ਲਈ ਜ਼ਰੂਰੀ ਹੁੰਦੀ ਹੈ। ਓਕੇ ਅੱਗੇ ਕੀ ਹੈ ਇਨਫੋਰਮੇਸ਼ਨ ਇਜ਼ ਆਲਵੇਜ਼ ਸਿੰਗੂਲਰ। ਸਿੰਗੂਲਰ ਦਾ ਮਤਲਬ ਹੁੰਦਾ ਇੱਕ ਵਚਨ।
ਆਪਾਂ ਪੜਿਆ ਸੀ ਨਾ, ਉਹ ਬਹੁਵਚਨ ਪਲੂਰਲ ਹੁੰਦਾ, ਡਾਟਾ ਕੀ ਹੁੰਦਾ, ਪਲੂਰਲ ਹੁੰਦਾ, ਇਹ ਕੀ ਹੁੰਦਾ, ਇੱਕ ਵਚਨ। ਇੱਕ ਵਚਨ ਮਤਲਬ ਸਿੰਗਲ, ਇੱਕ। ਇਨਫੋਰਮੇਸ਼ਨ ਆਲਵੇਜ਼ ਸਿੰਗਲ, ਆਪਾਂ ਨੇ ਪੜਿਆ ਇਹ ਡਾਟਾ ਹੈ ਇੰਨਾ ਸਾਰਾ ਹੈ, ਰਿਪੋਰਟ ਕੀ ਹੈ, ਇੱਕ ਸਿੰਗਲ ਹੈ, ਰਿਪੋਰਟ ਸਿੰਗਲ ਹੈ। ਜਿਹੜੀ ਜਨਗਣਨਾ ਦੇ ਵਿੱਚ ਉਹਨੇ ਡਾਟਾ ਇਕੱਠਾ ਕੀਤਾ ਉਹ ਬਹੁਵਚਨ ਹੈ। ਓਕੇ, ਅੱਗੇ ਕੀ ਕਹਿੰਦਾ, ਸਮ ਟਾਈਮ ਇਨਫੋਰਮੇਸ਼ਨ ਇਜ਼ ਆਲਸੋ ਕਾਲਡ ਆਊਟਪੁੱਟ। ਕਦੇ ਕਦੇ ਜੋ ਇਨਫੋਰਮੇਸ਼ਨ ਹੈ ਉਹਨੂੰ ਕੀ ਕਿਹਾ ਜਾਂਦਾ ਹੈ, ਆਊਟਪੁੱਟ। ਆਪਾਂ ਨੇ ਪੜਿਆ ਜਿਵੇਂ 2 + 2, ਇਹਦੇ ਉੱਤੇ ਕੋਈ ਵੀ ਆਪਰੇਸ਼ਨ ਲੱਗ ਗਿਆ ਪਲੱਸ ਦਾ, ਇਹ ਕੀ ਬਣ ਗਿਆ, 4। ਸੋ 2 + 2 ਕੀ ਹੋ ਗਿਆ, 4। ਹੁਣ ਆਪਾਂ ਨੇ ਕਿਹਾ ਵੀ ਇਹ ਡਾਟਾ ਪ੍ਰੋਸੈਸ ਹੋਇਆ, ਇਨਫੋਰਮੇਸ਼ਨ ਬਣ ਗਿਆ। ਸੋ ਇਹੀ ਇਨਫੋਰਮੇਸ਼ਨ ਨੂੰ ਕਦੇ ਕਦੇ ਆਊਟਪੁੱਟ ਵੀ ਕਿਹਾ ਜਾਂਦਾ, ਆਊਟਪੁੱਟ ਵੀ ਕਿਹਾ ਜਾਂਦਾ। ਓਕੇ, ਆਰਗੇਨਾਈਜ਼ਡ ਫਾਰਮ ਆਫ ਡਾਟਾ ਇਜ਼ ਕਾਲਡ ਇਨਫੋਰਮੇਸ਼ਨ। ਧਿਆਨ ਨਾਲ, ਪੇਪਰ ਦੇ ਵਿੱਚ ਐਕਚੁਅਲੀ ਪਤਾ ਕੁਐਸਚਨ ਕਿਵੇਂ ਬਣਦਾ ਕਿ ਆਰਗੇਨਾਈਜ਼ਡ ਫਾਰਮ ਆਫ ਡਾਟਾ ਨੂੰ ਕੀ ਕਿਹਾ ਜਾਂਦਾ ਹੈ। ਇਨਫੋਰਮੇਸ਼ਨ ਆਲਵੇਜ਼ ਕੀ ਹੁੰਦੀ ਹੈ, ਸਿੰਗੂਲਰ, ਪਲੂਰਲ, ਬੋਥ, ਨਨ ਆਫ ਥੀਸ। ਓਕੇ, ਸੋ ਉਹ ਚੀਜ਼ਾਂ ਹੁੰਦੀਆਂ ਨੇ ਕਿ ਇੱਥੇ ਜਿਵੇਂ ਕੁਐਸਚਨ ਬਣ ਜੂਗਾ ਕਿ ਡਿਸੀਜਨ ਮੇਕਿੰਗ ਲਈ ਕੀ ਯੂਜ਼ ਹੁੰਦਾ ਹੈ, ਡਾਟਾ ਜਾਂ ਇਨਫੋਰਮੇਸ਼ਨ। ਸੋ ਇਹ ਛੋਟੀ ਛੋਟੀ ਚੀਜ਼ਾਂ ਨਾਲ ਕੁਐਸਚਨ ਬਣਦੇ ਨੇ। ਪ੍ਰੋਸੈਸਡ ਡਾਟੇ ਨੂੰ ਕੀ ਕਿਹਾ ਜਾਂਦਾ ਹੈ, ਓਕੇ, ਇਨਫੋਰਮੇਸ਼ਨ ਕਿਹਾ ਜਾਂਦਾ ਹੈ, ਡਾਟਾ ਕਿਹਾ ਜਾਂਦਾ ਹੈ, ਮੈਮਰੀ ਕਿਹਾ ਜਾਂਦਾ ਹੈ। ਇੱਥੋਂ ਹੀ ਕੁਐਸਚਨ ਬਣਦੇ ਨੇ ਪੇਪਰ ਦੇ ਵਿੱਚ। ਸੋ ਆਹ ਕੀ ਹੈ, ਆਰਗੇਨਾਈਜ਼ਡ ਫਾਰਮ ਆਫ ਡਾਟਾ। ਹੁਣ ਆਰਗੇਨਾਈਜ਼ ਦਾ ਮਤਲਬ ਕੀ ਹੈ, ਮੰਨ ਲਓ ਇੱਕ ਹੋਰ ਐਗਜ਼ਾਮਪਲ ਹੈ 2 3 0 1। ਓਕੇ, ਇਹ ਕੀ ਹੈ ਆਪਣੇ ਕੋਲੇ, ਡਾਟਾ। ਇਹਦਾ ਹੁਣ ਐਸ ਸੱਚ ਕੋਈ ਵੀ ਮਤਲਬ ਨਹੀਂ ਕਿਉਂਕਿ ਇਹ ਇੱਕ ਰੈਂਡਮ ਡਾਟਾ ਹੈ। ਹੁਣ ਆਪਾਂ ਇਹਦੇ ਵਿੱਚ ਮੰਨ ਲਓ ਇਨਕਰੀਜ਼ਿੰਗ ਆਰਡਰ ਦਾ ਲਾਤਾ, ਇਨਕਰੀਜ਼ਿੰਗ ਆਪਾਂ ਨੇ ਇਨਕਰੀਜ਼ਿੰਗ ਦਾ ਲਾਤਾ ਇਹਦੇ ਵਿੱਚ ਕਿ ਇਨਕਰੀਜ਼ਿੰਗ ਆਰਡਰ ਦੇ ਵਿੱਚ ਲੱਗ ਜੇ। ਉਦੋਂ ਬਾਅਦ ਇਹ ਕੀ ਬਣ ਜੂ, 0 1 2 3। ਹੁਣ ਇਹਦਾ ਇੱਕ ਪੈਟਰਨ ਬਣ ਗਿਆ, ਇਹ ਇੱਕ ਅਰੇਂਜਮੈਂਟ ਹੋ ਗਿਆ ਕਿ ਇਹ ਇਨਕਰੀਜ਼ਿੰਗ ਆਰਡਰ ਦੇ ਵਿੱਚ ਹੈ। ਪਹਿਲਾਂ ਇਹ ਸਿਰਫ ਡਾਟਾ ਸੀ, ਓਕੇ, ਉਦੋਂ ਇਹਦਾ ਕੋਈ ਆਪਣੇ ਆਪ ਦੇ ਵਿੱਚ ਕੋਈ ਮਤਲਬ ਨਹੀਂ ਸੀ, ਬਟ ਆਪਾਂ ਨੇ ਇਹਦੇ ਉੱਤੇ ਆਪਰੇਸ਼ਨ ਲਾਇਆ, ਪ੍ਰੋਸੈਸ ਲਾਇਆ, ਉਹ ਕੀ ਬਣ ਗਿਆ, ਇੱਕ ਅਰੇਂਜਮੈਂਟ ਦੇ ਵਿੱਚ ਬਣ ਗਿਆ। ਉਹਨੂੰ ਆਪਾਂ ਕੀ ਕਹਿਤਾ, ਇਨਫੋਰਮੇਸ਼ਨ। ਉਹੀ ਚੀਜ਼ ਹੈ, ਆਰਗੇਨਾਈਜ਼ਡ ਫਾਰਮ ਆਫ ਡਾਟਾ ਇਜ਼ ਕਾਲਡ ਇਨਫੋਰਮੇਸ਼ਨ। ਕਿਸੇ ਵੀ ਤਰ੍ਹਾਂ ਦੀ ਜਿਹੜੀ ਆਰਗੇਨਾਈਜ਼ਡ ਫਾਰਮ ਹੁੰਦੀ ਹੈ ਡਾਟਾ ਦੀ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਇਨਫੋਰਮੇਸ਼ਨ। ਓਕੇ, ਨੈਕਸਟ। ਹੁਣ ਇੱਥੇ ਕੁਝ ਚੀਜ਼ਾਂ ਨੇ, ਪਾਰਟਸ ਆਫ ਕੰਪਿਊਟਰ। ਵੀ ਕੰਪਿਊਟਰ ਦੇ ਕੀ ਕੀ ਪਾਰਟਸ ਹੁੰਦੇ ਨੇ, ਜਿਵੇਂ ਕਿ ਆਪਾਂ ਪੜ੍ਹਦੇ ਆ ਮੋਨੀਟਰ ਹੈ, ਇਹ ਸਪੀਕਰ ਹੈ, ਇਹ CPU ਹੈ, ਇਹ ਦੂਜਾ ਸਪੀਕਰ ਹੈ, ਮਾਊਸ, ਕੀਬੋਰਡ, ਮਾਈਕਰੋਫੋਨ, ਹੈੱਡਫੋਨ, ਓਕੇ, ਪ੍ਰਿੰਟਰ। ਇੱਥੇ ਇਨਪੁਟ ਆਊਟਪੁੱਟ ਡਿਵਾਈਸ ਸਾਰਾ ਕੁਝ ਇਕੱਠਾ ਹੈ। ਓਕੇ, ਵੀ ਕੰਪਿਊਟਰ ਦੇ ਕੀ ਕੀ ਪਾਰਟਸ ਹੁੰਦੇ ਨੇ, ਅੱਗੇ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਕੀ ਹੁੰਦਾ, ਇਨਪੁਟ ਯੂਨਿਟ। ਇਨਪੁਟ ਯੂਨਿਟ, ਦ ਡਿਵਾਈਸ ਯੂਜ਼ਡ ਟੂ ਐਂਟਰ ਦ ਡਾਟਾ। ਇੱਕ ਚੀਜ਼ ਹੋਰ ਲਿਖ ਲਓ ਡਾਟਾ ਦੇ ਨਾਲ, ਕਿ ਜੋ ਡਾਟਾ ਹੈ ਇਹ ਕਿਹਦੇ ਥਰੂ ਟਰੈਵਲ ਕਰਦਾ, ਟਰੈਵਲ ਕਰਦਾ। ਹੁਣ ਟਰੈਵਲ ਦਾ ਮਤਲਬ ਕੀ ਹੈ, ਵੀ ਜਦੋਂ ਇਹ ਜਾਂਦਾ, ਜਿਵੇਂ ਆਪਾਂ ਪੜ੍ਹਦੇ ਹਾਂ ਬਿਜਲੀ ਆ ਉਹ ਤਾਰ ਨਾਲ ਜਾਂਦੀ ਹੈ ਨਾ, ਤਾਰ ਨਾਲ। ਸੋ ਜਾਂਦਾ ਇਹ ਵੀ ਵਾਇਰ ਦੇ ਨਾਲ ਹੈ, ਬਟ ਇਹਦੇ ਵਿੱਚ ਜਿਹੜੀ ਵਾਇਰ ਹੁੰਦੀ ਹੈ, ਜਿਹੜੀ ਵੀ ਵਾਇਰ ਦੇ ਥਰੂ ਡਾਟਾ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਆ, ਬੱਸ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਜਿਹਦੇ ਥਰੂ ਡਾਟਾ ਜਾਂਦਾ ਉਹਨੂੰ ਕੀ ਕਹਿੰਦੇ ਨੇ, ਉਹਨੂੰ ਬੱਸ ਕਹਿੰਦੇ ਨੇ। ਤੇ ਡਾਟਾ ਦੀ ਸਭ ਤੋਂ ਛੋਟੀ ਯੂਨਿਟ ਕਿਹੜੀ ਹੈ, ਸਭ ਤੋਂ ਛੋਟੀ ਯੂਨਿਟ ਡਾਟਾ ਦੀ ਕਿਹੜੀ ਹੈ, ਬਿਟ। ਸਭ ਤੋਂ ਛੋਟੀ ਯੂਨਿਟ ਕਿਹੜੀ ਹੈ, ਬਿਟ, BIT, ਬਿਟ। ਤੇ ਪੇਪਰ ਦੇ ਵਿੱਚ ਇੱਕ ਕੁਐਸਚਨ ਹੋਰ ਆ ਜਾਂਦਾ ਹੈ ਕਿ ਇੱਕ ਬਿਟ, ਜਿਵੇਂ ਆ ਇੱਕ ਬਿਟ ਹੈ, ਓਕੇ, ਤਾਂ ਜਿਹੜੀ ਨਿਬਲ ਹੁੰਦੀ ਹੈ, ਨਿਬਲ, ਧਿਆਨ ਨਾਲ ਸੁਣਿਓ, ਨਿਬਲ, ਨਿਬਲ, ਕਿ ਇੱਕ ਨਿਬਲ ਦੇ ਵਿੱਚ ਕਿੰਨੀਆਂ ਬਿਟਾਂ ਹੁੰਦੀਆਂ ਨੇ, ਇੱਕ ਨਿਬਲ ਦੇ ਵਿੱਚ ਕਿੰਨੀਆਂ ਬਿਟਾਂ ਹੁੰਦੀਆਂ ਨੇ, 4 ਬਿਟਾਂ ਹੁੰਦੀਆਂ ਨੇ। ਧਿਆਨ ਨਾਲ, ਕਿ 4 ਬਿਟਾਂ ਹੁੰਦੀਆਂ ਨੇ ਕਿੰਨੇ ਵਿੱਚ, ਇੱਕ ਨਿਬਲ ਦੇ ਵਿੱਚ। ਇੱਕ ਨਿਬਲ ਦੇ ਵਿੱਚ 4 ਬਿਟਾਂ ਹੁੰਦੀਆਂ ਨੇ, ਬਹੁਤ ਵਾਰੀ ਕੁਐਸਚਨ ਪੁੱਛਿਆ ਗਿਆ। ਤੇ 8 ਬਿਟਾਂ ਦੀ ਕੀ ਹੁੰਦੀ ਹੈ, 8 ਬਿਟ ਜਾਂ ਬਿਟਸ ਕਹਿ ਦੋ, 8 ਬਿਟਸ ਦੀ ਕੀ ਹੁੰਦੀ ਹੈ, ਇੱਕ ਬਾਈਟ, ਇੱਕ ਬਾਈਟ। ਹੁਣ ਇੱਥੇ ਇੱਕ ਚੀਜ਼ ਧਿਆਨ ਦੇਣੀ ਹੈ ਕਿ ਜਿਹੜਾ ਛੋਟਾ b ਹੈ ਇਹ ਕੀ ਰਿਪਰੈਜ਼ੈਂਟ ਕਰਦਾ ਹੈ, ਬਿਟ ਨੂੰ। ਜਿਹੜਾ ਛੋਟਾ b ਹੈ ਉਹ ਬਿਟ ਨੂੰ ਰਿਪਰੈਜ਼ੈਂਟ ਕਰਦਾ, ਤੇ ਜਿਹੜਾ ਵੱਡਾ b ਹੈ ਉਹ ਬਾਈਟ ਨੂੰ ਰਿਪਰੈਜ਼ੈਂਟ ਕਰਦਾ। ਕਦੇ ਵੀ ਕੰਪਿਊਟਰ ਦੇ ਵਿੱਚ ਜਿਹੜਾ ਛੋਟਾ b ਹੈ ਉਹ ਬਿਟ ਨੂੰ ਰਿਪਰੈਜ਼ੈਂਟ ਕਰੂਗਾ, ਜਿਹੜਾ ਵੱਡਾ b ਹੈ ਉਹ ਬਾਈਟ ਨੂੰ ਰਿਪਰੈਜ਼ੈਂਟ ਕਰੂਗਾ। ਇੱਕ ਬਿਟ ਜੋ ਹੈ ਸਿੰਪਲ ਇੱਕ ਬਿਟ ਹੈ, ਸਭ ਤੋਂ ਛੋਟੀ ਯੂਨਿਟ ਹੈ ਡਾਟੇ ਦੀ। ਇੱਕ ਨਿਬਲ ਕੀ ਹੁੰਦਾ, 4 ਬਿਟਾਂ ਦਾ। ਇੱਕ ਨਿਬਲ ਜੋ ਹੁੰਦਾ 4 ਬਿਟਾਂ ਦਾ ਹੁੰਦਾ, ਤੇ 8 ਬਿਟ ਦਾ ਕੀ ਹੁੰਦਾ, ਇੱਕ ਬਾਈਟ ਹੁੰਦੀ ਹੈ। ਓਕੇ, ਅੱਗੇ ਕਿੱਥੇ ਸੀ ਆਪਾਂ, ਹਾਂ, ਦ ਡਿਵਾਈਸ ਇਜ਼ ਯੂਜ਼ਡ ਟੂ ਐਂਟਰ ਦ ਡਾਟਾ ਇਜ਼ ਕਾਲਡ ਇਨਪੁਟ ਡਿਵਾਈਸ। ਦ ਡਾਟਾ ਇਜ਼ ਐਂਟਰਡ ਇਨ ਦ ਪ੍ਰੋਸੈਸਰ। ਹੁਣ ਇਹ ਕੀ ਕਹਿ ਰਿਹਾ ਵੀ ਜਿਹੜੀ ਵੀ ਡਿਵਾਈਸ, ਜੋ ਵੀ ਡਿਵਾਈਸ ਹੈ, ਇੱਥੇ ਆਪਾਂ ਚਾਹੇ ਹਾਰਡਵੇਅਰ ਕਹਿ ਸਕਦੇ ਹਾਂ, ਠੀਕ ਹੈ, ਪੈਰੀਫਿਰਲ ਕਹਿ ਸਕਦੇ ਹਾਂ,
यूज टू एंटर द डाटा, एंटर द डाटा मतलब भी डाटे ਨੂੰ ਅੰਦਰ ਲੈ ਕੇ ਜਾਣ ਲਈ ਜੋ ਵੀ ਡਿਵਾਈਸ ਯੂਜ਼ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਇਨਪੁਟ ਡਿਵਾਈਸ। ਦ ਡਾਟਾ ਇਜ਼ ਐਂਟਰਡ ਇਨ ਦ ਪ੍ਰੋਸੈਸਰ, ਜੋ ਡਾਟਾ ਹੈ ਉਹ ਕਿੱਥੇ ਐਂਟਰ ਹੁੰਦਾ ਹੈ, ਪ੍ਰੋਸੈਸਰ ਦੇ ਵਿੱਚ ਹੁੰਦਾ ਹੈ। ਪੇਪਰ ਦੇ ਵਿੱਚ ਇਹ ਵੀ ਕੁਐਸਚਨ ਆਇਆ ਹੋਇਆ ਕਿ ਡਾਟਾ ਕਿੱਥੇ ਐਂਟਰ ਹੁੰਦਾ, ਉਹ ਪ੍ਰੋਸੈਸਰ ਦੇ ਵਿੱਚ ਐਂਟਰ ਹੁੰਦਾ ਹੈ। ਇੱਥੇ ਐਗਜ਼ਾਮਪਲਸ ਕੀ ਨੇ, ਲਾਈਟ ਪੈਨ, ਮਾਊਸ, ਵੈਬਕੈਮ, ਡਿਜੀਟਲ ਕੈਮਰਾ, ਇਹਨੂੰ ਮਾਈਕ ਕਹਿ ਦਿੰਦੇ ਚਾਹੇ ਮਾਈਕ੍ਰੋਫੋਨ ਕਹਿ ਦਿੰਦੇ ਨੇ, ਸਕੈਨਰ, ਪੈਨ ਬੁੱਕ, ਜੋਇਸਟਿਕ। ਓਕੇ, ਤੇ ਆਹ ਕੀ ਹੈ, ਕੀਬੋਰਡ ਹੈ। ਇਹ ਕੁਝ ਚੀਜ਼ਾਂ ਨੇ ਜੋ ਇਨਪੁਟ ਡਿਵਾਈਸਿਸ ਨੇ। ਓਕੇ, ਇਹ ਕੁਝ ਚੀਜ਼ਾਂ ਨੇ ਜੋ ਇਨਪੁਟ ਡਿਵਾਈਸਿਸ ਨੇ। ਓਕੇ, ਨੈਕਸਟ ਅੱਗੇ ਆਪਾਂ ਦੇਖਦੇ ਹਾਂ ਪ੍ਰੋਸੈਸਿੰਗ ਯੂਨਿਟ ਕੀ ਹੁੰਦੀ ਹੈ। ਪ੍ਰੋਸੈਸਿੰਗ ਯੂਨਿਟ, ਪ੍ਰੋਸੈਸ ਦਾ ਮਤਲਬ ਹੁੰਦਾ ਕੰਮ ਕਰਨਾ, ਆਪਰੇਸ਼ਨ ਕਰਨਾ। ਓਕੇ, ਦ ਪਾਰਟ ਆਫ ਦ ਕੰਪਿਊਟਰ ਵਿਚ ਇਜ਼ ਯੂਜ਼ਡ ਟੂ ਕੈਲਕੂਲੇਟ ਔਰ ਪ੍ਰੋਸੈਸ ਦ ਇਨਪੁਟ ਡਾਟਾ ਇਜ਼ ਕਾਲਡ ਪ੍ਰੋਸੈਸਿੰਗ ਯੂਨਿਟ। ਇੱਥੇ ਕੀ ਕਹਿ ਰਿਹਾ, ਦ ਪਾਰਟ ਆਫ ਕੰਪਿਊਟਰ, ਕੰਪਿਊਟਰ ਦਾ ਉਹ ਹਿੱਸਾ ਵਿਚ ਇਜ਼ ਯੂਜ਼ਡ ਟੂ, ਜਿਹੜਾ ਕਿ ਯੂਜ਼ ਹੁੰਦਾ ਹੈ ਕੈਲਕੂਲੇਟ ਕਰਨ ਲਈ ਜਾਂ ਪ੍ਰੋਸੈਸ ਕਰਨ ਲਈ ਇਨਪੁਟ ਡਾਟਾ, ਵੀ ਜਿਹੜਾ ਵੀ ਕੈਲਕੂਲੇਟ ਕਰਦਾ, ਗਣਨਾ ਕਰਦਾ, ਕਿ ਪ੍ਰੋਸੈਸ ਕਰਦਾ, ਉਹਦੇ ਉੱਤੇ ਕੋਈ ਕੰਮ ਕਰਦਾ, ਕਿਹਦੇ ਉੱਤੇ, ਇਨਪੁਟ ਡਾਟੇ ਦੇ ਉੱਤੇ, ਉਹਨੂੰ ਆਪਾਂ ਕੀ ਕਹਿੰਦੇ ਆ, ਪ੍ਰੋਸੈਸਿੰਗ ਯੂਨਿਟ। ਹੁਣ ਮੰਨ ਲਓ ਕੋਈ ਆਪਾਂ ਗਾਣਾ ਹੈ, ਮੰਨ ਲਓ ਕੋਈ ਵੀ ਗਾਣਾ ਹੈ, ਉਹ ਪਲੇ ਕਰਦੇ ਹਾਂ, ਤਾਂ ਜਦੋਂ ਉਹ ਗਾਣਾ ਪਿਆ, ਉਹ ਆਪਣੇ ਕੰਪਿਊਟਰ ਦੇ ਵਿੱਚ ਪਿਆ ਤਾਂ ਉਹ ਸਟੋਰ ਹੈ। ਜਦੋਂ ਆਪਣੇ ਕੰਪਿਊਟਰ ਦੇ ਵਿੱਚ ਪਿਆ ਹੈ ਤਾਂ ਉਹ ਸਟੋਰ ਹੈ, ਬਟ ਜਦੋਂ ਪਲੇ ਹੋ ਗਿਆ ਤਾਂ ਉਹ ਕਿੱਥੇ ਵਗ ਗਿਆ, ਪ੍ਰੋਸੈਸਿੰਗ ਯੂਨਿਟ ਦੇ ਵਿੱਚ, ਕਿਉਂਕਿ ਉਹਦੇ ਉੱਤੇ ਹੁਣ ਕੰਮ ਹੋਣ ਲੱਗ ਗਿਆ। ਓਕੇ, ਕੋਈ ਵੀ ਗਾਣਾ ਹੈ ਉਹ ਜਦੋਂ ਪਿਆ ਤਾਂ ਉਹ ਸਟੋਰੇਜ ਫਾਰਮ ਦੇ ਵਿੱਚ ਹੈ, ਜਦੋਂ ਉਹਦੇ ਉੱਤੇ ਚੱਲਣ ਲੱਗ ਗਿਆ, ਉਹ ਪਲੇ ਹੋਣ ਲੱਗ ਗਿਆ ਤਾਂ ਉਹ ਪ੍ਰੋਸੈਸ ਦੇ ਵਿੱਚ ਆ ਗਿਆ, ਤੇ ਉਹ ਕਿੱਥੇ ਪਲੇ ਹੋਊਗਾ, ਪ੍ਰੋਸੈਸਿੰਗ ਯੂਨਿਟ ਦੇ ਵਿੱਚ। ਇੱਥੇ ਆਪਾਂ ਥੋੜ੍ਹਾ ਹੋਰ ਧਿਆਨ ਨਾਲ ਦੇਖਦੇ ਹਾਂ, ਆਹ ਕੀ ਹੈ, ਇਨਪੁਟ ਯੂਨਿਟ ਹੈ। ਇੱਥੇ ਇੱਕ ਚੀਜ਼ ਹੋਰ ਦੇਖੋ ਕਿ ਕਦੇ ਵੀ ਜਿਹੜਾ ਪ੍ਰੋਸੈਸਰ ਹੈ, ਪੇਪਰ ਦੇ ਵਿੱਚ ਆ ਜਾਂਦਾ, ਪ੍ਰੋਸੈਸਰ ਕਿਹਦਾ ਕੰਬੀਨੇਸ਼ਨ ਹੈ, ਪ੍ਰੋਸੈਸਰ ALU ਤੇ ਕੰਟਰੋਲ ਯੂਨਿਟ ਦਾ ਕੰਬੀਨੇਸ਼ਨ ਹੈ। ਹੁਣ ALU ਦੀ ਫੁੱਲ ਫਾਰਮ ਕੀ ਹੈ, ਅਰਿਥਮੈਟਿਕ ਲੌਜੀਕਲ ਯੂਨਿਟ। ਓਕੇ, ਅਰਿਥਮੈਟਿਕ ਲੌਜੀਕਲ ਯੂਨਿਟ, ਇਹ ਕਿਹਦੀ ਫੁੱਲ ਫਾਰਮ ਹੈ, ALU ਦੀ, ਕੰਟਰੋਲ ਯੂਨਿਟ ਐਂਡ ਮੈਮਰੀ ਯੂਨਿਟ। ਦੇਖੋ ਧਿਆਨ ਨਾਲ ਦੇਖੋ, ਜੋ ਪ੍ਰੋਸੈਸਰ ਹੈ, ਜਿਹਨੂੰ ਪ੍ਰੋਸੈਸਰ ਆਪਾਂ ਕਹਿੰਦੇ ਹਾਂ ਨਾ, ਉਹਦੇ ਵਿੱਚ ਸਿਰਫ ਇਹ ਦੋ ਚੀਜ਼ਾਂ ਹੁੰਦੀਆਂ ਨੇ, ਮੇਨ ਮੈਮਰੀ ਪ੍ਰੋਸੈਸਰ ਦਾ ਪਾਰਟ ਨਹੀਂ ਹੁੰਦਾ। ਧਿਆਨ ਨਾਲ ਦੇਖਿਓ ਕਿ ਮੇਨ ਮੈਮਰੀ ਪ੍ਰੋਸੈਸਰ ਦਾ ਪਾਰਟ ਨਹੀਂ ਹੁੰਦਾ, ਪ੍ਰੋਸੈਸਰ ਦਾ ਪਾਰਟ ਕੀ ਹੈ, ALU ਤੇ ਕੰਟਰੋਲ ਯੂਨਿਟ। ਓਕੇ, ਇੱਕ ਚੀਜ਼ ਹੋਰ ਦੇਖ ਲਓ ਕਿ ਮੇਨ ਮੈਮਰੀ ਦੇ ਵਿੱਚ ਕਿਹੜੇ ਕਿਹੜੇ ਪਾਰਟ ਆਉਂਦੇ ਨੇ, RAM, ROM ਤੇ ਕੈਸ਼ੇ ਮੈਮਰੀ। ਹੁਣ ਇਹਦੇ ਵਿੱਚ ਕੀ ਖਾਸ ਗੱਲ ਹੈ, ਜਿਹੜੀ RAM ਤੇ ਕੈਸ਼ ਹੈ ਇਹ ਵੋਲੇਟਾਈਲ ਹੁੰਦੀ ਹੈ। ਧਿਆਨ ਨਾਲ ਦੇਖਿਓ, ਵੋਲੇਟਾਈਲ। ਹੁਣ ਵੋਲੇਟਾਈਲ ਦਾ ਮਤਲਬ ਕੀ ਹੈ, ਵੋਲੇਟਾਈਲ ਦਾ ਮਤਲਬ ਕੀ ਹੁੰਦਾ, ਜਦੋਂ ਲਾਈਟ ਚਲੀ ਗਈ, ਮੰਨ ਲਓ ਕੋਈ ਵੀ ਆਪਾਂ ਕੰਮ ਕਰਨਾ ਇਹਦੇ ਉੱਤੇ, ਕੰਪਿਊਟਰ ਦੇ ਉੱਤੇ, ਤੇ ਲਾਈਟ ਚਲੀ ਗਈ ਤਾਂ RAM ਤੇ ਕੈਸ਼ੇ ਮੈਮਰੀ ਦਾ ਜਿਹੜਾ ਡਾਟਾ ਹੈ ਉਹ ਰਿਮੂਵ ਹੋ ਜਾਊਗਾ ਆਪਣੇ ਆਪ। ਓਕੇ, ਜਿਹੜਾ RAM ਤੇ ਕੈਸ਼ੇ ਮੈਮਰੀ ਦਾ ਡਾਟਾ, ਤੇ ਆਪਾਂ ਕੰਮ ਕਰ ਰਹੇ ਹਾਂ, ਮੰਨ ਲਓ ਕੋਈ ਕੰਮ ਕਰ ਰਹੇ ਹਾਂ ਤੇ RAM ਤੇ ਕੈਸ਼ੇ ਮੈਮਰੀ ਦੇ ਵਿੱਚ ਕੋਈ ਡਾਟਾ ਪਿਆ, ਬਟ ਜਦੋਂ ਪਾਵਰ ਆਫ ਹੋ ਗਈ ਤੇ ਦੁਬਾਰਾ ਆਈ ਤਾਂ ਉਹਦੇ ਵਿੱਚੋਂ ਉਹ ਜਿਹੜਾ ਡਾਟਾ ਹੈ ਉਹ ਰਿਮੂਵ ਹੋ ਜਾਊਗਾ, ਬਟ ROM ਦੇ ਵਿੱਚ ਇੱਦਾਂ ਨਹੀਂ ਹੁੰਦਾ। ਤਾਂ ਕਰਕੇ RAM ਤੇ ਕੈਸ਼ੇ ਨੂੰ ਵੋਲੇਟਾਈਲ ਕਹਿੰਦੇ ਨੇ, ਤੇ ਜਿਹੜੀ ROM ਹੈ ਉਹਨੂੰ ਆਪਾਂ ਨੌਨ ਵੋਲੇਟਾਈਲ ਕਹਿ ਦਿੰਦੇ ਹਾਂ, ਨੌਨ ਵੋਲੇਟਾਈਲ, ਵੀ ਉਹਦੇ ਵਿੱਚ ਇੱਦਾਂ ਨਹੀਂ ਹੁੰਦਾ। ਗੱਲ ਸਮਝ ਆ ਗਈ ਇੱਥੋਂ ਤੱਕ? ਕੀ ਸੀਗਾ, ਦ ਪਾਰਟ ਆਫ ਕੰਪਿਊਟਰ ਵਿਚ ਇਜ਼ ਯੂਜ਼ਡ ਟੂ ਕੈਲਕੂਲੇਟ ਪ੍ਰੋਸੈਸ ਦ ਇਨਪੁਟ ਡਾਟਾ ਇਜ਼ ਕਾਲਡ ਪ੍ਰੋਸੈਸਿੰਗ ਯੂਨਿਟ। ਓਕੇ, ਇਹਦੇ ਵਿੱਚ ਕੀ ਹੁੰਦਾ, ਇਨਪੁਟ ਡਾਟਾ ਗਿਆ, ਇੱਥੇ ਪ੍ਰੋਸੈਸ ਹੋਇਆ ਤੇ ਇੱਥੇ ਆਊਟਪੁੱਟ ਆ ਗਈ ਆਪਣੀ, ਕੋਈ ਵੀ ਆਊਟਪੁੱਟ ਹੈ। ਠੀਕ ਹੈ, ਜਿਹੜਾ ਇਹ ਪ੍ਰੋਸੈਸਰ ਹੈ, ਡਾਟਾ, ਇਹ ਜੋ ਵੀ ਆਪਣਾ ਡਾਟਾ ਉਹ ਲੈਂਦਾ ਕਿੱਥੋਂ ਹੈ, ਇਨਪੁਟ ਯੂਨਿਟ ਤੋਂ ਮੇਨ ਮੈਮਰੀ ਤੱਕ ਆਉਂਦਾ ਹੈ, ਮੇਨ ਮੈਮਰੀ ਤੋਂ ਫਿਰ ਇਹ ਲੈਂਦਾ ਵੀ ਮੇਨ ਮੈਮਰੀ ਤੋਂ ਹੈ, ਤੇ ਆਪਣਾ ਜਿਹੜਾ ਰਿਜ਼ਲਟ ਹੈ ਪਹਿਲਾਂ ਮੇਨ ਮੈਮਰੀ ਨੂੰ ਦਿੰਦਾ, ਉਹ ਤੋਂ ਬਾਅਦ ਆਊਟਪੁੱਟ ਤੱਕ ਜਾਂਦਾ। ਓਕੇ, ਇਟ ਕੰਸਿਸਟ ਆਫ ਅਰਿਥਮੈਟਿਕ ਲੌਜੀਕਲ ਯੂਨਿਟ, ਇਹਦੀ ਫੁੱਲ ਫਾਰਮ ਜ਼ਰੂਰ ਯਾਦ ਕਰ ਲਿਓ, ALU ਦੀ ਪੁੱਛੀ ਜਾਂਦੀ ਹੈ, ਕਿ ਕੰਟਰੋਲ ਯੂਨਿਟ ਤੇ ਮੈਮਰੀ ਯੂਨਿਟ। ਓਕੇ, ਕਈ ਵਾਰੀ ਇੱਥੇ CU ਤੇ MU ਵੀ ਆ ਜਾਂਦਾ, CU, MU ਜਾਂ MM, ਮੇਨ ਮੈਮਰੀ, ਇਹਨੂੰ ਆਪਾਂ ਮੇਨ ਮੈਮਰੀ। ਓਕੇ, ਮੈਮਰੀ ਯੂਨਿਟ ਜਾਂ ਮੇਨ ਮੈਮਰੀ, ਇਹਦੀ ਫੁੱਲ ਫਾਰਮਸ ਆ ਜਾਂਦੀਆਂ ਨੇ। ਓਕੇ, ਅੱਗੇ ਕੀ ਆ ਜਾਂਦਾ ਆਪਣੇ ਕੋਲ, ਆਊਟਪੁੱਟ ਯੂਨਿਟ। ਆਊਟਪੁੱਟ ਯੂਨਿਟ ਆਪਾਂ ਨੂੰ ਜਿਵੇਂ ਪਤਾ ਲੱਗਦਾ, ਆਊਟ ਦਾ ਮਤਲਬ ਬਾਹਰ ਆਇਆ, ਬਾਹਰ ਆਇਆ ਦਾ ਮਤਲਬ ਦ ਡਿਵਾਈਸ ਇਨ ਕੰਪਿਊਟਰ ਆਰ ਯੂਜ਼ਡ ਫॉर ਡਿਸਪਲੇ ਦ ਆਊਟਪੁੱਟ,
ਜੋ ਵੀ ਆਊਟਪੁੱਟ ਨੂੰ ਡਿਸਪਲੇ ਕਰਨ ਲਈ ਚੀਜ਼ਾਂ ਯੂਜ਼ ਹੁੰਦੀਆਂ ਨੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਆਊਟਪੁੱਟ ਯੂਨਿਟ। ਜੋ ਵੀ ਆਊਟਪੁੱਟ, ਜੋ ਆਪਣਾ ਡਾਟਾ ਹੈ, ਇਨਫੋਰਮੇਸ਼ਨ ਹੈ, ਉਹ ਦਿਖਾਉਣ ਲਈ ਜੋ ਵੀ ਚੀਜ਼ਾਂ ਯੂਜ਼ ਹੁੰਦੀਆਂ ਨੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਆਊਟਪੁੱਟ, ਵਿਚ ਇਜ਼ ਗਿਵਨ ਬਾਏ ਦਾ ਪ੍ਰੋਸੈਸਰ। ਆਪਾਂ ਫੇਰ ਉਹੀ ਗੱਲ ਆ ਗਈ ਜਿਵੇਂ 2+2 ਸੀ, ਓਕੇ, ਪ੍ਰੋਸੈਸ ਹੋਇਆ, ਇਹ ਕੀ ਬਣ ਗਿਆ 4। ਹੁਣ ਇਹਨੂੰ ਦਿੱਤਾ ਕਿਹਨੇ, ਪ੍ਰੋਸੈਸਰ ਨੇ। ਤਾਂ ਇੱਥੋਂ ਆਪਾਂ ਇੱਕ ਹੋਰ ਕੁਐਸਚਨ ਕੀ ਬਣ ਜਾਂਦਾ, ਪ੍ਰੋਸੈਸਰ ਤੋਂ ਜੋ ਵੀ ਚੀਜ਼ ਆਈ, ਬਾਹਰ ਆਈ, ਉਹਨੂੰ ਆਪਾਂ ਕੀ ਕਹਤਾ, ਆਊਟਪੁੱਟ। ਇਹਨੂੰ ਹੀ ਆਪਾਂ ਇਨਫੋਰਮੇਸ਼ਨ ਕਹਿੰਦੇ ਆ, ਇਹਨੂੰ ਹੀ ਆਪਾਂ ਆਊਟਪੁੱਟ ਕਹਿ ਦਿੰਦੇ ਆ। ਦ ਡਿਵਾਈਸਿਸ in the computer are used for display the output which is given by the processor is called output। ठीक है, ਹੁਣ ਇੱਥੇ ਇੱਕ ਛੋਟੀ ਚੀਜ਼ ਹੋਰ ਬਣਦੀ ਆ। ਕੀ ਚੀਜ਼ ਹੈ, ਇਹ ਹੈ ਪਲੋਟਰ। ਇਹਨੂੰ ਕੀ ਕਹਿੰਦੇ ਨੇ, ਪਲੋਟਰ, ਪਲੋਟਰ, PLOTTER। ਆ ਕੀ ਹੈ, ਪ੍ਰੋਜੈਕਟਰ, LED, ਪ੍ਰਿੰਟਰ, ਮੋਨੀਟਰ ਤੇ ਸਪੀਕਰ। ਇਹ ਸਾਰੇ ਕੀ ਨੇ, ਆਊਟਪੁੱਟ ਡਿਵਾਈਸ ਨੇ। ਬਟ ਇਹ ਕੀ ਹੈ, ਇਹ ਹੈ ਪਲੋਟਰ, ਪਲੋਟਰ। ਹੁਣ ਪੇਪਰ ਦੇ ਵਿੱਚ ਇੱਕ ਛੋਟਾ ਜਿਹਾ ਕੁਐਸਚਨ ਆਂਦਾ ਹੈ ਕਿ ਸਭ ਤੋਂ ਜ਼ਿਆਦਾ ਹਾਈ ਡੈਫੀਨੇਸ਼ਨ ਦੇ ਵਿੱਚ ਆਊਟਪੁੱਟ ਕਿਸ ਦੀ ਹੁੰਦੀ ਹੈ। ਸਭ ਤੋਂ ਜ਼ਿਆਦਾ ਹਾਈ ਡੈਫੀਨੇਸ਼ਨ ਦੇ ਵਿੱਚ ਆਊਟਪੁੱਟ ਕਿਹਦੀ ਹੁੰਦੀ ਹੈ, ਪਲੋਟਰ ਦੀ। ਇਹ ਇੱਕ ਪ੍ਰਿੰਟਰ ਹੀ ਹੁੰਦਾ, ਸਮਝ ਲਓ। ਪ੍ਰਿੰਟਰ ਦਾ ਵੱਡਾ ਪਾਰਟ ਹੁੰਦਾ ਜਿਹਦੇ ਵਿੱਚ ਫਲੈਕਸਾਂ ਜਾਂ ਵੱਡੇ ਜਿਹੜੇ ਵੀ ਪੈਂਪਲੇਟਸ ਹੁੰਦੀਆਂ ਨੇ ਉਹ ਪ੍ਰਿੰਟ ਹੁੰਦੀਆਂ ਨੇ, ਓਕੇ। ਜਿਵੇਂ ਇਹਦੇ ਵਿੱਚ ਸਿੰਪਲ A4 ਸਾਈਜ਼ ਦੇ ਪੇਪਰ ਹੁੰਦੇ ਨੇ, ਬਟ ਇਹਦੇ ਵਿੱਚ ਜਿਹੜੀ ਵੱਡੀ ਜਿਹਦੇ ਵਿੱਚ ਆਪਾਂ ਨੂੰ ਹਾਈ ਡੈਫੀਨੇਸ਼ਨ ਦੀ ਲੋੜ ਹੈ, ਹਾਈ ਡੈਫੀਨੇਸ਼ਨ ਹੁੰਦਾ HD, ਜਿਹਨੂੰ ਆਪਾਂ HD ਕਹਿ ਦਿੰਦੇ ਹਾਂ। ਜਿਹਦੇ ਵਿੱਚ ਆਪਾਂ ਨੂੰ HD ਤੇ ਵੱਡਾ ਚਾਹੀਦਾ ਹੁੰਦਾ, ਉਹਦੇ ਲਈ ਆਪਾਂ ਪਲੋਟਰ ਯੂਜ਼ ਕਰਦੇ ਹਾਂ, ਓਕੇ। ਇੱਥੋਂ ਆਪਣਾ ਕੀ ਪਤਾ ਲੱਗਦਾ ਹੈ, ਆਊਟਪੁੱਟ ਯੂਨਿਟ ਬਾਰੇ। ਆਊਟਪੁੱਟ ਯੂਨਿਟ ਕੀ ਹੁੰਦੀ ਹੈ। ਕੁਝ ਕੁਐਸਚਨਸ ਨੇ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਨੇ, ਓਕੇ, MCQ ਨੇ। ਸਭ ਤੋਂ ਪਹਿਲਾਂ ਕੀ ਹੈ, ਨਰਵ ਸਿਸਟਮ ਆਫ ਕੰਪਿਊਟਰ ਇਜ਼ ਕਾਲਡ। ਨਰਵ ਸਿਸਟਮ, ਹੁਣ ਧਿਆਨ ਰੱਖਣਾ ਪੇਪਰ ਦੇ ਵਿੱਚ ਕੰਪਿਊਟਰ ਦਾ ਬ੍ਰੇਨ ਵੀ ਹੁੰਦਾ, ਬ੍ਰੇਨ ਆਫ ਕੰਪਿਊਟਰ ਕਿਹਨੂੰ ਕਹਿੰਦੇ ਨੇ, ਤੇ ਇੱਥੇ ਕੀ ਹੈ, ਨਰਵ ਸਿਸਟਮ। ਨਰਵ ਸਿਸਟਮ ਕਿਹਨੂੰ ਕਿਹਾ ਜਾਂਦਾ ਕੰਪਿਊਟਰ ਦਾ, ਰੈਮ ਨੂੰ ਨਹੀਂ ਕਿਹਾ ਜਾਂਦਾ। CPU ਕੀ ਹੁੰਦਾ, ਬ੍ਰੇਨ ਆਫ ਕੰਪਿਊਟਰ। ਇਹਨੂੰ ਧਿਆਨ ਨਾਲ ਲਿਖ ਲਓ ਕਿ ਬ੍ਰੇਨ ਆਫ ਵੀ ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ ਹੈ, ਓਕੇ। ਕੰਪਿਊਟਰ ਦਾ ਦਿਮਾਗ ਕਿਹਨੂੰ ਕਿਹਾ ਜਾਂਦਾ ਹੈ, CPU ਨੂੰ। ਨਰਵ ਸਿਸਟਮ ਕਿਹਨੂੰ ਕਿਹਾ ਜਾਂਦਾ ਹੈ, CU ਨੂੰ। CU ਕੀ ਹੁੰਦਾ, ਕੰਟਰੋਲ ਯੂਨਿਟ, ਕੰਟਰੋਲ ਯੂਨਿਟ। CU ਕੀ ਹੁੰਦਾ, ਕੰਟਰੋਲ ਯੂਨਿਟ। ਮੈਮਰੀ ਨੂੰ ਬਿਲਕੁਲ ਵੀ ਨਹੀਂ ਕਿਹਾ ਜਾਂਦਾ। ਨਰਵ ਸਿਸਟਮ, ਨਰਵ ਦਾ ਮਤਲਬ ਕੀ ਹੁੰਦਾ, ਜੋ ਆਪਣੇ ਦਿਮਾਗ ਨੂੰ ਸੰਕੇਤ ਦਿੰਦੀ ਹੈ ਵੀ ਕੀ ਕੰਮ ਕਿਵੇਂ ਕਰਨਾ ਹੈ, ਕੀ ਕੰਮ ਕਿਵੇਂ ਕਰਨਾ ਹੈ। ਤੇ CU ਦਾ ਇੱਥੇ ਕੰਮ ਕੀ ਹੁੰਦਾ, ਆਪਾਂ ਨੇ ਪੜ੍ਹਿਆ ALU ਤੇ CU, ਤੇ ਇੱਥੋਂ ਇਨਪੁਟ ਆਈ, ਪਿੱਛੇ ਪੜ੍ਹ ਕੇ ਹਟਿਆ ਨਾ, ਇੱਥੇ ਆਊਟਪੁੱਟ ਗਈ। ਹੁਣ CU ਦਾ ਕੰਮ ਕੀ ਹੁੰਦਾ ਵੀ ਇੱਥੋਂ ਕਿੰਨਾ ਡਾਟਾ ਇੱਥੇ ਆਊਗਾ, ਇੱਥੋਂ ਕਿੰਨਾ ਡਾਟਾ ਬਾਹਰ ਜਾਊਗਾ, ਕਿੰਨੇ ਟਾਈਮ ਲਈ ਇਹਨੇ ਸਟੋਰ ਕਰਕੇ ਰੱਖਣਾ, ਕਿੰਨੇ ਟਾਈਮ ਦੇ ਬਾਅਦ ਇਹਨੇ ਦੇ ਦੇਣਾ। ਇਹ ਸਾਰਾ ਜਿਹੜਾ ਫਲੋ ਹੈ, ਇਹਨੂੰ ਕਹਿੰਦੇ ਨੇ ਫਲੋ ਆਫ ਡਾਟਾ, ਫਲੋ ਆਫ ਡਾਟਾ। ਇਹ ਜਿਹੜਾ ਸਾਰਾ ਵੀ ਫਲੋ ਹੈ ਉਹਨੂੰ ਕੌਣ ਕੰਟਰੋਲ ਕਰਦਾ, CU। ਸੋ ਤਾਂ ਕਰਕੇ ਕਹਿੰਦੇ ਨੇ ਨਰਵ ਸਿਸਟਮ ਆਫ ਕੰਪਿਊਟਰ ਕਿਸ ਨੂੰ ਕਿਹਾ ਜਾਂਦਾ ਹੈ, CU ਨੂੰ। ਗੱਲ ਸਮਝ ਆ ਗਈ, ਓਕੇ। ਨੈਕਸਟ, ਅਗਲਾ ਕੁਐਸਚਨ मैंने बार बार पढ़ाया कि CPU कंसिस्ट ऑफ ALU एंड CU। बिल्कुल नहीं है रोम ते ALU, रैम ते रोम है नहीं, आल बिल्कुल नहीं। सो मैंने पढ़ाया कि ਜਿਹੜਾ CPU है वो किहदे नाल मिल के बनता है, ALU ते CU। ALU की फुल फॉर्म अरिथमैटिक लॉजिकल यूनिट ते CU की कंट्रोल यूनिट, ओके। नैक्सट, अगला क्वेश्चन की कहता है, द आउटपुट गिवन बाय द प्रोसैसर इज काल्ड। जो भी प्रोसैसर चों आपां ने पढ़िया, जिवें 2+2 सी, इत्थे कोई काम होया प्रोसैसर दे विच, इत्थों आउटपुट आई। द आउटपुट गिवन बाय द प्रोसैसर इज काल्ड। जो भी प्रोसैसर ने अपनी आउटपुट दी उन्होंने की कहते हैं, डाटा कहते हैं, बिल्कुल नहीं। मैमरी कहते हैं, जमा नहीं। उस तो बाद की कहते हैं, इनफॉर्मेशन। मैं दसिया कि आउटपुट तो इनफॉर्मेशन सेम होंदियां ने। जो भी प्रोसैसर तो बाहर आया उन्होंने आपां आउटपुट भी कह सकते हैं, इनफॉर्मेशन भी कह सकते हैं, ओके। इनफॉर्मेशन भी कह सकते हैं। सो प्रोसैस नहीं होंदा, जो आउटपुट गिवन बाय द प्रोसैसर इज कॉल्ड इनफॉर्मेशन, ओके। अगला की है रा आइटम। रा का मतलब कच्चा, आप पहला कर चुके। रा आइटम गिवन टू द प्रोसैसर इज कॉल्ड। ਜਿਹੜੀਆਂ भी रा आइटम्स ने, रा इंस्ट्रक्शंस कहा जाता है किते, ओके। रा आइटम गिवन टू द प्रोसैसर, जो भी प्रोसैसर के विच गईयां, आ प्रोसैसर है, इतों आउटपुट आती है। जो भी रा आइटम्स प्रोसैसर के विच गईयां उन्होंने आपां की कहने आ, डाटा। इनफॉर्मेशन नहीं कहते क्योंकि इनफॉर्मेशन प्रोसैसर तो बाहर आती है, बट इत्थे प्रोसैसर के जो चीज़ जा रही है उन्होंने आपां की कहने आ, डाटा, ओके। अगे बहुत ही ज़्यादा मेन क्वेश्चन कि कैपेसिटी ऑफ कंप्यूटर की है।
ਕਪੈਸਿਟੀ ਕੰਪਿਊਟਰ ਦੀ ਕੀ ਕਪੈਸਿਟੀ ਹੈ, ਲਿਮਟਿਡ ਹੈ, ਅਨਲਿਮਟਿਡ ਹੈ, ਹਾਈ ਹੈ, ਲੋ ਹੈ। ਓਕੇ, ਕਈ ਦੇਖਦੇ ਨੇ ਕਿ ਕੰਪਿਊਟਰ ਦੇ ਇੰਨਾ ਕੁਝ ਹੁੰਦਾ ਅਨਲਿਮਟਿਡ ਹੋਊਗੀ, ਬਟ ਨਹੀਂ, ਕੰਪਿਊਟਰ ਦੀ ਕਪੈਸਿਟੀ ਲਿਮਟਿਡ ਹੈ। ਆਪਾਂ ਦੇਖਦੇ ਹਾਂ ਨਾ 32 ਬਿੱਟ ਦਾ ਹੈ ਜੀ, 64 ਬਿੱਟ ਦਾ ਹੈ ਜੀ, ਉਹ ਇੱਕ ਕਪੈਸਿਟੀ ਹੈ ਉਹਦੀ ਵੀ, ਉਹ ਤੋਂ ਜ਼ਿਆਦਾ ਉਹ ਕੰਮ ਕਰ ਨਹੀਂ ਸਕਦਾ। ਠੀਕ ਹੈ, ਉਹਦੀ ਇੱਕ ਕਪੈਸਿਟੀ ਹੈ ਕਿ ਉਹ ਤੋਂ ਜ਼ਿਆਦਾ ਉਹ ਕੰਮ ਨਹੀਂ ਕਰ ਸਕਦਾ। ਆਪਾਂ ਕਹਿ ਦਿੰਦੇ ਹਾਂ ਵੀ ਇਹਦੇ 'ਚ 1 ਟੈਰਾਬਾਈਟ ਹੈ ਜੀ, ਠੀਕ ਹੈ, 500 GB ਹੈ। ਸੋ ਉਹਦੀਆਂ ਕੁਝ ਕੰਡੀਸ਼ਨਸ ਨੇ ਵੀ ਉਹ ਉਨਾ ਕੁ ਹੀ ਆਪਣਾ ਕੰਮ ਕਰ ਸਕਦਾ, ਉਹ ਤੋਂ ਜ਼ਿਆਦਾ ਉਹ ਕੰਮ ਨਹੀਂ ਕਰ ਸਕਦਾ। ਸੋ ਕਪੈਸਿਟੀ ਆਫ ਕੰਪਿਊਟਰ ਆਪਾਂ ਕੀ ਕਹਾਂਗੇ, ਲਿਮਿਟਡ ਹੈ। ਧਿਆਨ ਰੱਖਣਾ ਇਸ ਗੱਲ ਨੂੰ, ਕਪੈਸਿਟੀ ਆਫ ਕੰਪਿਊਟਰ ਲਿਮਿਟਡ ਹੈ। ਅਗਲਾ ਕੁਐਸਚਨ ਕੀ ਹੈ, ਡੈਸ਼ ਇਜ਼ ਪ੍ਰੋਸੈਸਡ ਇਨ ਪ੍ਰੋਸੈਸਰ। ਪ੍ਰੋਸੈਸਰ ਦੇ ਵਿੱਚ ਕੀ ਚੀਜ਼ ਪ੍ਰੋਸੈਸ ਹੁੰਦੀ ਹੈ, ਕਿਹਦੇ ਉੱਤੇ ਕੰਮ ਹੁੰਦਾ, ਇਨਫੋਰਮੇਸ਼ਨ ਤੇ ਨਹੀਂ, ਐਲਗੋਰਿਥਮ ਤੇ ਜਮਾ ਨਹੀਂ, ਡਾਟਾ ਕਾਪੀ ਨਹੀਂ। ਕਿਹਦੇ ਉੱਤੇ ਕੰਮ ਹੁੰਦਾ, ਡਾਟੇ ਦੇ ਉੱਤੇ। ਜਦੋਂ ਪ੍ਰੋਸੈਸਰ ਹੈ ਕੋਈ ਵੀ ਪ੍ਰੋਸੈਸਰ ਹੈ, ਉਹਦੇ ਵਿੱਚ ਕੀ ਆਊਗਾ, ਡਾਟਾ। ਫਿਰ ਕੰਮ ਕਿਹਦੇ ਉੱਤੇ ਹੋਊਗਾ, ਜਦੋਂ ਵਿੱਚ ਡਾਟਾ ਆਊਗਾ ਤਾਂ ਕੰਮ ਡਾਟੇ ਤੇ ਹੀ ਹੋਊਗਾ। ਸੋ ਡਾਟੇ ਦੇ ਉੱਤੇ ਕੰਮ ਹੁੰਦਾ ਪ੍ਰੋਸੈਸਰ ਦੇ ਵਿੱਚ। ਓਕੇ, CPU ਸਟੈਂਡਸ ਫॉर ਬੇਸਿਕ ਡੈਫੀਨੇਸ਼ਨ ਕਿ CPU ਕੀ ਹੁੰਦਾ, CPU ਕੀ ਹੁੰਦਾ, ਸੈਂਟਰਲ ਪਾਵਰ ਯੂਨਿਟ ਨਾ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਠੀਕ ਹੈ, CPU ਕੀ ਹੁੰਦਾ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਵਿਚ ਆਫ ਦ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਅਲਫਾਬੈਟਿਕ ਡਾਟਾ। ਜਿਵੇਂ ਮੈंने ਪਹਿਲਾਂ ਕਰਵਾਇਆ ਕਿ ਅਲਫਾਬੈਟਿਕ ਡਾਟਾ ਕਿਹੜਾ ਹੈ, ATM ਪਿਨ ਨਹੀਂ, ਪਾਸਵਰਡ ਨਹੀਂ, ਮੋਬਾਈਲ ਨੰਬਰ ਨਹੀਂ। ਸੋ ਜਿਹੜਾ ਅਲਫਾਬੈਟਿਕ ਡਾਟਾ ਉਹ ਕਿਹੜਾ ਹੈ, ਐਡਰੈਸ। ਹੁਣ ਫੇਰ ਦੁਬਾਰਾ ਕਿਸੇ ਨੇ ਇਹ ਨਹੀਂ ਦੇਖਣਾ ਵੀ ਸਾਡੇ ਤਾਂ ਸਟਰੀਟ ਨੰਬਰ ਪੈਂਦੀ ਹੈ ਜਾਂ ਘਰ ਨੰਬਰ ਪੈਂਦਾ ਨਾ, ਐਡਰੈਸ ਅਲਫਾਬੈਟਿਕ ਡਾਟਾ ਹੈ। ਹੁਣ ਇੱਥੇ ਇੱਕ ATM ਲਿਖਿਆ ਹੋਇਆ, ATM ਦੀ ਫੁੱਲ ਫਾਰਮ ਕੀ ਹੈ, ਆਟੋਮੈਟਿਕ ਟੇਲਰ ਮਸ਼ੀਨ, TELLER, ਟੇਲਰ ਮਸ਼ੀਨ। ਓਕੇ, ਆਟੋਮੈਟਿਕ ਟੇਲਰ ਮਸ਼ੀਨ। ਟੇਲਰ ਦਾ ਮਤਲਬ ਕੀ ਹੁੰਦਾ, ਖਜ਼ਾਨਚੀ। ਆਪਾਂ ਕੈਸ਼ੀਅਰ ਕਹਿ ਦਿੰਦੇ ਨਾ ਬੈਂਕ 'ਚ, ਕੈਸ਼ੀਅਰ, ਉਹਨੂੰ ਟੇਲਰ ਕਹਿੰਦੇ ਨੇ। ਆਟੋਮੈਟਿਕ ਟੇਲਰ ਮਸ਼ੀਨ ਇਹਦੀ ਫੁੱਲ ਫਾਰਮ ਹੈ। ਓਕੇ, ਨੈਕਸਟ, ਬਟ ਇਹਦਾ ਆਂਸਰ ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਅਲਫਾਬੈਟਿਕ ਡਾਟਾ, ਐਡਰੈਸ ਇੱਕ ਅਲਫਾਬੈਟਿਕ ਡਾਟਾ ਹੈ। ਸੋ ਇੱਥੇ ਆਪਣੇ ਲੈਕਚਰ ਖਤਮ ਹੁੰਦਾ ਅੱਜ ਦਾ। ਉਮੀਦ ਕਰਦਾ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਣਾ। ਜੇ ਪਸੰਦ ਆਇਆ ਤਾਂ ਇਹਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ। ਅਤੇ ਇੱਕ ਜਾਂਦੇ ਇੱਕ ਛੋਟਾ ਜਿਹਾ ਕੁਐਸਚਨ ਤੁਹਾਡੇ ਲਈ ਕਿ ਕੰਪਿਊਟਰ ਦੇ ਫਾਦਰ ਅਤੇ ਕੰਪਿਊਟਰ ਦੀ ਮਦਰ ਕਿਸ ਨੂੰ ਕਿਹਾ ਜਾਂਦਾ ਹੈ। ਓਕੇ, ਨੀਚੇ ਕਮੈਂਟ ਕਰਕੇ ਦੱਸਿਓ। ਥੈਂਕ ਯੂ।